खबरों के बुलेटिन तुहाडा स्वागत है। आ नज़र मारदे अज दीआं खास खबरां ते। बीते दिनी बस्ती जात खेतर विच गोलियां चला के फरार होने वाले अजयपाल सिंह उफ निहंग नूं CIA स्टाफ एक दी टीम ने गिरफ्तार करके वड्डी सफलता हासिल की है। जानकारी देंदे हुए DCP जस किरणजीत सिंह तेजा ने कहा कि अजयपाल सिंह पहला भी दर्जना मामले विच मुजरिम है ते हुण जमानत ते बाहर आया होया सी। पुलिस ने इस शख्स पासों एक 32 बोर का पिस्तौल 4 जिंदा कारतूस बरामद किए हैं। पुलिस नूं दरअसल गुप्त सूचना मिली सी कि यह मुजरिम मॉडल हाउस खेतर विच घूम रहा है। फिर किसी पुलिस ने तुरंत कार्रवाई करते हुए कार्रवाई शुरू कर दी है। 15/3/2022 ਨੂੰ ਕਮਿਸ਼ਨਰੇਟ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 5 ਦੇ ਏਰੀਏ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ, ਜਿਹਦੇ ਵਿੱਚ ਇੱਕ ਬੰਦੇ ਦੇ ਉੱਤੇ ਫਾਇਰ ਕਰਕੇ ਤੇ ਉਹਦੇ ਕੋਲੋਂ ਸਨੈਚ ਕਰਕੇ ਤੇ ਉਹਦੀ ਕੁੱਟਮਾਰ ਕਰਕੇ ਜਿਹੜੇ 3-4 ਜਾਣੇ ਜਿਹੜਾ ਇੱਥੋਂ ਚਲੇ ਗਏ ਸੀ। ਇਹਦੇ ਵਿੱਚ ਅਸੀਂ ਇੱਕ ਮੁਕੱਦਮਾ ਜਿਹੜਾ ਥਾਣਾ ਨੰਬਰ 5 ਦੇ ਵਿੱਚ ਦਰਜ ਕੀਤਾ ਸੀ, 43 ਨੰਬਰ ਮੁਕੱਦਮਾ ਅੰਡਰ ਸੈਕਸ਼ਨ 307 379 ਦੀ। ਇਹਦੇ ਵਿੱਚ ਫਿਰ ਅਸੀਂ ਇਹਦੀ ਇਨਵੈਸਟੀਗੇਸ਼ਨ ਕੀਤੀ। ਜਿਹੜਾ ਇਹਦੇ ਵਿੱਚ ਸਾਡੇ ਇੰਚਾਰਜ CI ਨੇ ਜਿਹੜਾ ਇਹਨੂੰ ਬੰਦੇ ਨੂੰ ਗ੍ਰਿਫਤਾਰ ਕੀਤਾ, ਜਿਹਦਾ ਨਾਮ ਅਜੇਪਾਲ ਸਿੰਘ ਉਰਫ ਨਿਹੰਗ, ਜਿਹੜਾ ਬਹੁਤ ਹੀ ਮਾੜਾ ਬੰਦਾ, ਜਿਹਦੇ ਖਿਲਾਫ ਪਹਿਲੋਂ ਹੀ 9 ਮੁਕੱਦਮੇ ਜਿਹੜੇ ਹੀਨੀਅਸ ਕ੍ਰਾਈਮ ਦੇ ਦਰਜ ਹੈ, ਜਿਨ੍ਹਾਂ ਦੇ ਵਿੱਚ 307 302 ਆਰਮਜ਼ ਐਕਟ ਤੇ ਰੀਸੈਂਟਲੀ ਉਹ ਜੇਲ੍ਹ ਦੇ ਉੱਤੋਂ ਜਿਹੜਾ ਜ਼ਮਾਨਤ ਤੇ ਆਇਆ ਹੋਇਆ ਸੀ ਤੇ ਉਹਨੇ ਪੂਰਾ ਪ੍ਰੀ ਪਲਾਨ ਕਰਕੇ ਇਸ ਬੰਦੇ ਦੇ ਸੱਟਾਂ ਮਾਰਨ ਤੇ ਇਹਦੇ ਕੋਲੋਂ ਸਨੈਚਿੰਗ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਤਾਂ ਇਹਨੂੰ ਗ੍ਰਿਫਤਾਰ ਕੀਤਾ। ਇਹਦੇ ਕੋਲੋਂ ਦੌਰਾਨੇ ਗ੍ਰਿਫਤਾਰੀ ਇਹਦੇ ਕੋਲੋਂ ਇੱਕ 32 ਬੋਰ ਦਾ ਪਿਸਟਲ 4 ਜਿੰਦਾ ਕਾਰਤੂਸ ਜਿਹੜਾ ਬਰਾਮਦ ਹੋਏ ਆ ਤੇ ਹੁਣ ਜਿਹੜਾ ਅਸੀਂ ਇਹਦੇ ਵਿੱਚ ਫਰਦਰ ਜਿਹੜਾ ਅੱਗੇ ਇਨਵੈਸਟੀਗੇਸ਼ਨ ਦੌਰਾਨ ਇਹਦਾ ਰਿਮਾਂਡ ਲੈ ਕੇ ਮਾਨਯੋਗ ਕੋਰਟ ਤੋਂ ਜਿਹੜੇ ਹੋਰ ਇਹਦੇ ਨਾਲ ਬੰਦੇ ਸੀ ਉਹ ਵੀ ਜਿਹੜੇ ਜਲਦ ਗ੍ਰਿਫਤਾਰ ਕਰ ਲਾਂਗੇ। ਇਹ ਇੰਚਾਰਜ CI ਨੇ ਅੱਛਾ ਕੰਮ ਕੀਤਾ, ਜਿਹੜਾ ਇਸ ਕ੍ਰਿਮੀਨਲ ਬੰਦੇ ਨੂੰ ਜਿਹੜਾ ਜਲਦ ਗ੍ਰਿਫਤਾਰ ਕਰ 70 ਸਾਲ ਕੀ ਕੀਤਾ ਇਹਨਾਂ ਰਵਾਇਤੀ ਪਾਰਟੀਆਂ ਨੇ। ਦੇਖੋ ਗਰਾਊਂਡ ਲੈਵਲ ਉੱਤੇ ਸਾਡੀ ਟੀਮ ਵੱਲੋਂ ਇਸ ਸਪੈਸ਼ਲ ਰਿਪੋਰਟ ਵਿੱਚ ਅਪਾਹਿਜ ਕਿੰਜ ਚੱਪਲਾਂ ਦੀ ਰੇੜੀ ਲਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਹੈ। ਦੇਖੋ ਇਸ ਰਿਪੋਰਟ ਵਿੱਚ ਬਟਾਲੇ ਦੇ ਸਪਾਹਿਜ ਨੂੰ ਕਿਸੇ ਵੀ ਸਰਕਾਰ ਨੇ ਅੱਜ ਤੱਕ ਕੋਈ ਸਹੂਲਤ ਨਹੀਂ ਦਿੱਤੀ, ਮੁੱਢਲੀਆਂ ਜ਼ਰੂਰਤਾਂ ਵੀ ਵਾਂਝਾ ਰੱਖਿਆ। ਇਹ ਅਪਾਹਿਜ ਇਲਾਕੇ ਦੇ ਲੋਕਾਂ ਨੇ ਦੱਸਿਆ ਅਜਿਹੇ ਕਈ ਲੋਕ ਵਾਂਝੇ ਹਨ ਸਰਕਾਰੀ ਸਹੂਲਤਾਂ ਤੋਂ। ਇਹ ਆਪਣੇ ਜੁੱਤੀਆਂ ਲਾਈ ਦੀਆਂ, ਚੱਪਲਾਂ ਲਾਈ ਦੀਆਂ ਮੈਂ ਬਸ, ਤੇ ਸਬਜ਼ੀ ਵੀ ਲਾ ਲਈ ਦੀ ਆ, ਜਿਹੜੀ ਮਿਹਨਤ ਲੱਭੇ ਕਰ ਲਈ ਦੀ ਆ ਬਸ। 150-200 ਰੁਪਇਆ ਬਣ ਜਾਂਦਾ ਮਹਾਰਾਜ ਰੋਜ਼ ਦਾ, ਕਿ ਮੁੱਕਿਓ ਵੀ ਨਹੀਂ ਬਣਦਾ। ਬਹੁਤ ਮੁਸ਼ਕਿਲ ਆ ਮਹਾਰਾਜ, ਹਾਂਜੀ ਬੜੀ ਮੁਸ਼ਕਿਲ ਆ ਮਹਾਰਾਜ। 2 ਬਾਹਾਂ ਤੇ 2 ਬਾਹਾਂ ਵਾਲਿਆਂ ਦੇ ਹਰ ਕੋਈ ਚੀਜ਼ ਚੁੱਕ ਲੈਣੀ ਆ। ਹੁਣ ਇੱਕ ਬਾਹਾਂ ਚਲੋ ਜੇ ਉੱਪਰ ਵਾਲੇ ਹਿੰਮਤ ਦੇ ਦਿੰਦੇ ਤੇ ਅਸੀਂ ਮਿਹਨਤ ਕਰਨ ਦੇ ਆ ਤੇ ਦਾਲ ਫੁਲਕਾ ਖਾਂਦੇ ਆ। ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਹਾਰਾਜ। ਇੰਨੀਆਂ ਸਰਕਾਰਾਂ ਆਈਆਂ, ਕਿਸੇ ਵੱਲੋਂ ਸਹੂਲਤ ਨਹੀਂ ਮੈਨੂੰ ਨਹੀਂ ਜੇ ਮਿਲੀ। ਸਾਡੀ ਕੈਬ ਨੂੰ ਕਿਹਾ ਮੈਂ ਬਰਿਆਂ ਨੂੰ ਹੈ, ਤੁਹਾਨੂੰ ਕੋਈ ਸਹੂਲਤ ਨਹੀਂ ਮਿਲੀ। ਰਾਸ਼ਨ ਕਾਰਡ ਕੋਈ ਨਹੀਂ ਜੇ, ਮੈਡੀਕਲ ਕੋਈ ਨਹੀਂ ਬਣਿਆ, ਆਧਾਰ ਕਾਰਡ ਵੀ ਨਹੀਂ ਜੇ ਬਣਿਆ, ਵੋਟਰ ਕਾਰਡ ਵੈ, ਸਕੂਲ ਦਾ ਸਰਟੀਫਿਕੇਟ ਵੈ, ਉਹ ਹੈਗੇ ਮੇਰੇ ਕੋਲ, ਕੋਈ ਪੈਨਸ਼ਨ ਨਹੀਂ ਲੱਗੀ। ਕੱਲਾ ਇਹੋ ਹੀ ਨਹੀਂ, ਹੋਰ ਵੀ ਬਹੁਤ ਇੱਥੇ ਮੇਰਾ ਖਿਆਲ 1-2% ਹੋਰ ਵੀ ਹੈਗੇ ਨੇ ਜਿਨ੍ਹਾਂ ਦੇ ਮਤਲਬ 50% ਜਿਹੜੇ ਮਤਲਬ ਉਹ ਹੈਂਡੀਕੈਪਡ ਨੇ ਤੇ ਉਹਨਾਂ ਦਾ ਤੇ ਮਤਲਬ ਕੋਈ ਨਾ ਕੋਈ ਪੈਨਸ਼ਨ ਵਗੈਰਾ ਜ਼ਰੂਰ ਲੱਗਣੀ ਚਾਹੀਦੀ ਆ। ਅਸੀਂ ਪਹਿਲਾਂ ਹੀ ਮਤਲਬ ਮਨ 'ਚ ਧਿਆਇਆ ਹੋਇਆ ਸੀ ਵੀ ਜੇਕਰ ਆਮ ਆਦਮੀ ਪਾਰਟੀ ਆ ਗਈ ਤਾਂ ਅਸੀਂ ਇਹਨਾਂ ਬੰਦਿਆਂ ਦੀ ਜ਼ਰੂਰ ਪੈਨਸ਼ਨ ਲਵਾਉਣੀ ਹੈ। ਗੱਲ ਕੀਤੀ ਜਾਏ ਜਿਸ ਤਰ੍ਹਾਂ ਰੇਡ ਨਹੀਂ ਕਿੰਨਾ ਔਖਾ ਇਹਦੇ ਨਾਲ? ਉਹ ਔਖਾ ਤਾਂ ਹੈਗਾ ਹੀ ਆ ਜੀ। ਵੇਖੋ ਇੱਕ ਹੈਂਡੀਕੈਪਡ ਜਿਹੜਾ ਉਹਨੂੰ ਤਾਂ ਪਤਾ ਹੀ ਆ ਵਿਚਾਰੇ ਨੂੰ ਵੀ ਮੈਂ ਕਿੱਦਾਂ ਕੰਮ ਕਰਦਾ ਹਾਂ। ਇਹ ਤਾਂ ਬੜੀ ਮੁਸ਼ਕਿਲ ਵਾਲੀ ਗੱਲ ਹੈ। ਹਾਂ ਗੁਜ਼ਾਰਾ ਕਰਨਾ, ਪਰ ਫਿਰ ਵੀ ਉਹ ਵਿਚਾਰਾ ਆਪਣੀ ਮਿਹਨਤ ਕਰ ਰਿਹਾ। 1-2 ਇਹ ਤਾਂ ਫਿਰ ਵਿਚਾਰਾ ਚਲੋ ਥੋੜ੍ਹਾ ਬਹੁਤਾ ਚੱਲ ਸਕਦਾ। ਇੱਕ ਬੰਦਾ ਵਾ ਉਹਦੀਆਂ ਸਿਰਫ ਦੋਵੇਂ ਥੱਲੇ ਲੱਤਾਂ ਹੀ ਨਹੀਂ ਹੈਗੀਆਂ ਦੋਵੇਂ, ਤਾਂ ਉਹ ਵਿਚਾਰਾ ਘਰੇ ਬੈਠਾ ਰਹਿੰਦਾ। ਉਹਦੇ ਵੀ ਅਸੀਂ 1-2 ਵਾਰੀ ਗਏ ਹਾਂ ਘਰ ਤੇ ਮਨ 'ਚ ਤੇ ਆਇਆ ਵਾ, ਮਨ 'ਚ ਮਤਲਬ ਗੱਲ ਹੈਗੀ ਆ ਵੀ ਜਦੋਂ ਵੀ ਕਿਤੇ ਆਮ ਆਦਮੀ ਪਾਰਟੀ ਆ ਗਈ ਅਸੀਂ ਉਹਨਾਂ ਦੀ ਪੈਨਸ਼ਨ ਜ਼ਰੂਰ ਲਵਾਉਣੀ ਹੈ। ਖਾਲਸੇ ਦੀ ਸ਼ਾਨ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੂਰੇ ਸ਼ਾਹੀ ਜਾਹੋ ਜਲਾਲ ਨਾਲ ਸ਼ੁਰੂ ਹੋ ਗਿਆ, ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚੀਆਂ। ਆਲਮ ਇਹ ਰਿਹਾ ਕਿ ਲੱਖਾਂ ਸ਼ਰਧਾਲੂਆਂ ਦੇ ਆਉਣ ਨਾਲ ਟ੍ਰੈਫਿਕ ਦੇ ਵਿੱਚ ਵੀ ਕਾਫੀ ਮੁਸ਼ਕਿਲ ਆ ਰਹੀ ਹੈ। ਸੰਗਤਾਂ ਦਾ ਕਹਿਣਾ ਹੈ ਕਿ ਕਰੋਨਾ ਕਰਕੇ ਪਿਛਲੇ ਸਾਲਾਂ ਵਿੱਚ ਭਾਰੀ ਇਕੱਠ ਨਾ ਹੋ ਸਕੇ, ਪਰ ਹੁਣ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਿਆ ਗਿਆ। ਸ਼੍ਰੀ ਹਰਮੰਦਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਦੀ ਜਥੇਬੰਦੀ ਸ਼੍ਰੋਮਣੀ ਰਾਗੀ ਸਭਾ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ 'ਚ
ਅਕਾਲੀ ਦਲ ਦੀ ਹਾਰ ਤੋਂ ਬਾਅਦ ਜਾਰੀ ਕੀਤੇ ਬਿਆਨ ਪ੍ਰਤੀ ਰੋਸ ਪ੍ਰਗਟ ਕਰਦਿਆਂ ਅਕਾਲ ਤਖਤ ਸਕੱਤਰੇਤ ਵਿਖੇ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਜਥੇਦਾਰ ਵੱਲੋਂ ਸਿੱਖਾਂ ਪ੍ਰਤੀ ਬਦਤਮੀਜ਼ ਸ਼ਬਦ ਵਰਤਿਆ ਗਿਆ ਹੈ ਜੋ ਠੀਕ ਨਹੀਂ। ਉਹਨਾਂ ਕਿਹਾ ਕਿ ਕੁਝ ਬੰਦਿਆਂ ਦਾ ਹੀ ਪੱਖ ਪੂਰਦੇ ਹਨ ਤੇ ਜਦੋਂ ਲੋੜ ਸੀ ਉਦੋਂ ਉਹ ਬੋਲੇ ਨਹੀਂ। ਸ਼੍ਰੋਮਣੀ ਰਾਗੀ ਸਭਾ ਵੱਲੋਂ ਇਹ ਮੰਗ ਪੱਤਰ ਸਭਾ ਦੇ ਮੁਖੀ ਦੇ ਭਾਈ ਓਂਕਾਰ ਸਿੰਘ ਦੀ ਅਗਵਾਈ ਵਿੱਚ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀਓ, ਸ੍ਰੀ ਹਰਿਮੰਦਰ ਸਾਹਿਬ ਦੇ ਸਾਰੇ ਕੀਰਤਨੀਏ ਸ਼੍ਰੋਮਣੀ ਰਾਗੀ ਸਭਾ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਫ਼ਤਰ। ਪਿਛਲੇ ਦਿਨੀ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਦਿੱਤਾ ਹੈ ਉਹਦੇ ਨਾਲ ਸਾਰੇ ਸਿੱਖ ਜਗਤ ਨੂੰ ਬੜਾ ਦੁੱਖ ਪਹੁੰਚਿਆ ਹੈ ਤੇ ਜਿਹੜਾ ਬਿਆਨ ਦਿੱਤਾ ਹੈ ਉਹਦੇ ਵਿੱਚ ਸਿੰਘ ਸਾਹਿਬ ਜੀ ਵੱਲੋਂ ਵਰਤੀ ਸ਼ਬਦਾਵਲੀ ਸਿੱਖਾਂ ਪ੍ਰਤੀ ਉਹਦੇ ਨਾਲ ਹੋਰ ਵੀ ਸਾਨੂੰ ਦੁੱਖ ਪਹੁੰਚਿਆ ਤੇ ਇਸੇ ਕਰਕੇ ਅਸੀਂ ਅੱਜ ਇੱਥੇ ਸਿੰਘ ਸਾਹਿਬ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨ ਆਏ ਸੀ ਤੇ ਸਿੰਘ ਸਾਹਿਬ ਜੀ ਤੇ ਹੈ ਨਹੀਂ ਤੇ ਆਪਾਂ ਆਪਣੀ ਚਿੱਠੀ ਦੇ ਵਿੱਚ ਸਾਰੇ ਆਪਣੇ ਵਿਚਾਰ ਲਿਖ ਕੇ ਉਹਨਾਂ ਨੂੰ ਦੇ ਕੇ ਜਾ ਰਹੇ ਹਾਂ। ਇਹ ਜਿਹੜਾ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਵੱਡਾ ਸਥਾਨ ਹੈ, ਨਿਰਪੱਖ ਸਥਾਨ ਹੈ ਤੇ ਇੱਥੋਂ ਨਿਰਪੱਖਤਾ ਦੀ ਗੱਲ ਹੀ ਹੋਣੀ ਚਾਹੀਦੀ ਹੈ ਤੇ ਜਥੇਦਾਰ ਉਹਨਾਂ ਦੀ ਪਦਵੀ ਬੜੀ ਉੱਚੀ ਹੈ ਤੇ ਉਹਨਾਂ ਦੇ ਬੋਲਾਂ ਵਿੱਚੋਂ ਵੀ ਨਿਰਪੱਖ ਹੀ ਝਲਕਣੀ ਚਾਹੀਦੀ ਹੈ ਗੱਲ ਜੋ ਉਹਨਾਂ ਦੇ ਬੋਲਾਂ ਵਿੱਚ ਨਜ਼ਰ ਨਹੀਂ ਆਉਂਦੀ। ਉਸੇ ਰੋਸ ਵਜੋਂ ਅੱਜ ਆਪਾਂ ਇੱਥੇ ਸਾਰੇ ਸ਼੍ਰੋਮਣੀ ਰਾਗੀ ਸਭਾ ਦੇ ਸਾਰੇ ਕੀਰਤਨੀਏ ਵੀ ਇਕੱਠੇ ਹੋਏ ਹਾਂ ਤੇ ਇਹ ਆਪਣੀ ਚਿੱਠੀ ਅਸੀਂ ਉਹਨਾਂ ਨੂੰ ਦੇਣ ਆਏ ਸੀਗੇ ਜੋ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਸ਼੍ਰੋਮਣੀ ਰਾਗੀ ਸਭਾ ਦਾ ਬਿਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬੇਨਤੀ ਹੈ ਕਿ ਪਿਛਲੇ ਦਿਨੀ ਆਪ ਜੀ ਵੱਲੋਂ ਦਿੱਤੇ ਬਿਆਨ ਨਾਲ ਸਿੱਖ ਹਿਰਦਿਆਂ ਨੂੰ ਬਹੁਤ ਚੋਟ ਲੱਗੀ ਹੈ। ਸਿੱਖਾਂ ਪ੍ਰਤੀ ਆਪ ਜੀ ਨੇ ਬਦਤਮੀਜ਼ ਲਫ਼ਜ਼ ਵਰਤਿਆ ਹੈ। ਆਪ ਜੀ ਜਿਸ ਤਖਤ ਤੇ ਖਲੋ ਕੇ ਬੋਲਦੇ ਹੋ ਉਥੋਂ ਦੀ ਆਵਾਜ਼ ਨੂੰ ਸਾਰੀ ਕੌਮ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਵਾਜ਼ ਮੰਨਦੀ ਹੈ। ਸੋ ਆਪ ਜੀ ਨੂੰ ਬੜੇ ਸਦੇ ਹੋਏ ਬੋਲ ਬੋਲਣੇ ਚਾਹੀਦੇ ਹਨ। ਜਥੇਦਾਰ ਜੀ, ਆਪ ਜੀ ਦੇ ਕਾਰਜਕਾਲ ਦੌਰਾਨ ਬਹੁਤ ਮੌਕੇ ਇਸ ਤਰ੍ਹਾਂ ਦੇ ਆਏ ਜਦੋਂ ਆਪ ਜੀ ਨੂੰ ਬੋਲਣਾ ਚਾਹੀਦਾ ਸੀ, ਆਪ ਨਹੀਂ ਬੋਲੇ। ਆਪ ਜੀ ਨੇ ਅਕਾਲੀ ਦਲ ਦੀ ਗੱਲ ਕੀਤੀ। ਅਕਾਲੀ ਦਲ ਦੇ ਕੁਝ ਬੰਦੇ ਜੋ ਸਿੱਖੀ ਸਿਧਾਂਤਾਂ ਨੂੰ ਢਾਹ ਲਾ ਰਹੇ ਸਨ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਹੈ, ਨਾ ਕਿ ਸਾਰੇ ਅਕਾਲੀ ਦਲ ਨੂੰ। ਜਥੇਦਾਰ ਜੀ, ਅਕਾਲੀ ਦਲ ਵਿੱਚ ਸਿਰਫ ਉਹੀ ਬੰਦੇ ਨੇ ਜੋ ਚੋਣਾਂ ਵਿੱਚ ਹਾਰੇ ਨੇ। ਅਕਾਲੀ ਦਲ ਕੁਰਬਾਨੀਆਂ ਨਾਲ ਬਣਿਆ ਹੈ, ਸੋ ਇਹ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਆਪਣੇ ਬਿਆਨ ਵਿੱਚ ਆਪ ਕੁਝ ਬੰਦਿਆਂ ਦਾ ਪੱਖ ਕਰਦੇ ਹੀ ਲੱਗ ਰਹੇ ਹੋ ਜੋ ਆਪ ਜੀ ਨੂੰ ਸ਼ੋਭਾ ਨਹੀਂ ਦਿੰਦਾ। ਜ਼ਿਆਦਾ ਗੱਲਾਂ ਨਾ ਲਿਖਦੇ ਹੋਏ ਬੇਨਤੀ ਕਰਦੇ ਹਾਂ ਕਿ ਆਪ ਜੀ ਇਸ ਤਖਤ ਦੀ ਮਹਾਨਤਾ ਦਾ ਖਿਆਲ ਰੱਖ ਕੇ ਹੀ ਬਿਆਨ ਦਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਲਿਆਰੇ ਦੇ ਸੁੰਦਰੀਕਰਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਨੂੰ ਦਿੱਤੀ ਗਈ, ਜਿਸ ਦੀ ਰਸਮੀ ਸ਼ੁਰੂਆਤ ਅੱਜ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਦੇ ਪ੍ਰਬੰਧਕਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹੋਰ ਕਾਰ ਸੇਵਾ ਦੇ ਮੁਖੀਆਂ ਵੱਲੋਂ ਟੱਕ ਲਗਾ ਕੇ ਕੀਤੀ ਗਈ। ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਵਿੱਤਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ 1999 ਦੇ ਵਿੱਚ ਵੀ ਜਦੋਂ ਆਪਾਂ 300 ਸਾਲਾ ਮਨਾਇਆ ਉਸ ਵਕਤ ਵੀ ਕਾਰ ਸੇਵਾ ਹੋਈ ਸੀ, ਪਰ ਉਸ ਤੋਂ ਬਾਅਦ ਲੰਬਾ ਅਰਸਾ ਕਿਉਂਕਿ ਪਵਿੱਤਰ ਸਿੱਖਾਂ ਦਾ ਤਖਤ ਜਿੱਥੋਂ ਸਤਿਗੁਰੂ ਜੀ ਨੇ ਇੱਕ ਲੜੀ ਦੇ ਵਿੱਚ ਸਮੁੱਚੀ ਮਨੁੱਖਤਾ ਨੂੰ ਪਰੋਇਆ, ਦੱਬੇ ਤੇ ਲਤਾੜੇ ਹੋਏ ਲੋਕਾਂ ਨੂੰ ਬੜਾ ਵੱਡਾ ਸਤਿਗੁਰੂ ਜੀ ਨੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬਲ ਉਦਮ ਬਖਸ਼ਿਸ਼ ਕੀਤਾ ਤੇ ਲੰਮੇ ਸਮੇਂ ਤੋਂ ਇਹ ਮੰਗ ਚੱਲ ਰਹੀ ਸੀ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਜਿਹੜੀ ਇਹ ਸੇਵਾ ਆ ਇਹ ਕਰਵਾਈ ਜਾਵੇ। ਮੈਨੂੰ ਇਸ ਗੱਲ ਦਾ ਵੀ ਮਾਣ ਆ ਕਿ ਪਹਿਲਾਂ ਵੀ 1999 ਵਿੱਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਵੱਲੋਂ ਬੜੀ ਵੱਡੀ ਸੇਵਾ ਉਦੋਂ ਵੀ ਕੀਤੀ ਗਈ, ਪਰ ਕਿਉਂਕਿ ਹੁਣ ਆ ਨਾਲ ਦੀਆਂ ਬਿਲਡਿੰਗਾਂ ਜਿਹੜੀਆਂ ਸਾਡੀਆਂ ਸਮੇਂ ਅਨੁਸਾਰ ਬਹੁਤ ਲੋੜਾਂ ਸੀਗੀਆਂ। ਇੱਕ ਮੈਂ ਗੱਲ ਹੋਰ ਸਪਸ਼ਟ ਕਰ ਦਿਆਂ, ਇਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਬਿਲਡਿੰਗਾਂ ਉਹਨਾਂ ਦੀ ਸੇਵਾ ਆ। ਤਖਤ ਸਾਹਿਬ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਜਿਸ ਤਰ੍ਹਾਂ ਬਣਵਾਏ ਉਸੇ ਤਰ੍ਹਾਂ ਹੀ ਰਹਿਣੇ ਆ।
ਇਹ ਕਿਉਂਕਿ ਬੜੇ ਲੰਬੇ ਅਰਸੇ ਦੇ ਦਫ਼ਤਰ, ਸਿੰਘ ਸਾਹਿਬ ਦੀ ਰਿਹਾਇਸ਼, ਜੋੜਾ ਘਰ, ਹੋਰ ਬਹੁਤ ਲੰਬੇ ਸਮੇਂ ਦੀ ਮੰਗ ਸੀ ਕਿ ਇਹਨਾਂ ਨੂੰ ਇੱਕ ਸੁਰਤਾ ਦੇ ਨਾਲ ਵਧੀਆ ਪ੍ਰਬੰਧਕੀ ਬਲਾਕ ਵੀ ਬਣਾਇਆ ਜਾਵੇ ਤੇ ਇੱਕ ਮਾਸਟਰ ਪਲਾਨ ਤਿਆਰ ਕੀਤਾ। ਮਾਸਟਰ ਪਲਾਨ ਦੇ ਵਿੱਚ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਜਿਹੜੇ ਉਸ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਮੁੱਖ ਸੇਵਾਦਾਰ ਆ, ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੋਨੇ ਦੀ ਜਿਹੜੀ ਉਹ ਕਾਰ ਸੇਵਾ, ਕਿਉਂਕਿ ਉਹ ਕਾਰ ਸੇਵਾ ਦੇ ਅੰਦਰ ਪਲਾਸਟਰ ਕਈ ਵਾਰੀ ਸਲਿਆ ਜਾਂਦਾ, ਉਹਦੀ ਸ਼ੁਰੂਆਤ ਕੀਤੀ ਆ। ਅੱਜ ਆਪਾਂ ਉਸ ਰਾਸ਼ਟਰੀਆ ਜਿਹੜਾ ਸਾਡਾ ਇੱਕ ਗੁਰੂ ਸਾਹਿਬ ਜੀ ਨੇ ਸਾਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ, ਉਹਦੇ ਸੰਬੰਧ ਵਿੱਚ ਭਾਈ ਸਾਹਿਬ ਜੀ ਨੇ ਅਚੇਚੇ ਤੌਰ ਤੇ ਦਰਸ਼ਨ ਦੇ ਕੇ ਅੱਜ ਇੱਥੇ ਦੀ ਵੀ ਕਾਰ ਸੇਵਾ ਉਹ ਜਿਹੜੀ ਸੰਭਾਲੀ ਆ। ਬਹੁਤ ਉੱਚੀ ਸੇਵਾ ਹੈ ਪਾਤਸ਼ਾਹ ਜੀ, ਅਸੀਂ ਬਹੁਤ ਨਿਮਾਣੇ ਹਾਂ। ਤੁਸੀਂ ਸਾਰੇ ਅਰਦਾਸ ਕਰੋ ਕਿ ਓੜਕ ਨਿਭ ਜਾਏ ਪ੍ਰੀਤ ਸਾਡੀ ਸਾਰਿਆਂ ਦੀ। ਇਹ ਕਿਉਂਕਿ ਐਡੀ ਵੱਡੀ ਸੇਵਾ ਹੈ, ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ। ਜਿਸ ਤਰ੍ਹਾਂ ਮੱਛੀ ਚੱਲਦੀ ਹੈ ਪਾਣੀ ਦੇ ਵਿੱਚ, ਰੂਟ ਪਲਾਨ ਨਹੀਂ ਬਣਾਉਂਦੀ, ਉਸੇ ਤਰ੍ਹਾਂ ਇਹ ਸੇਵਾ ਚੱਲੀ ਜਾਣੀ ਹੈ। ਪਾਤਸ਼ਾਹ ਨੇ ਆਪ ਕਿਉਂ ਕਰਵਾਉਣੀ ਹੈ, ਹੱਥ ਦੇ ਕੇ ਉਹ ਕਰਾਉਣਗੇ। ਸਾਰਿਆਂ ਦਾ ਸਹਿਯੋਗ ਹੋਏਗਾ, ਤੁਹਾਡਾ ਸਾਰਿਆਂ ਦਾ ਪਾਤਸ਼ਾਹ ਜਲਦੀ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਅੱਜ ਰੂਪਨਗਰ ਦੇ ਗੁਰਦੁਆਰਾ ਸ਼੍ਰੀ ਸਦਾ ਬਰਤ ਸਾਹਿਬ ਵਿਖੇ ਬਣਨ ਵਾਲੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਰੱਖਿਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਇਸ ਉਪਰਾਲਾ ਸਿੱਖ ਪੰਥ ਦੀ ਮਸ਼ਹੂਰ ਜਥੇਬੰਦੀ ਸੰਤ ਬਾਬਾ ਬਚਨ ਸਿੰਘ ਜੀ ਦੀ ਦਿੱਲੀ ਵਾਲੇ ਅਤੇ ਸੰਤ ਬਾਬਾ ਸਤਨਾਮ ਸਿੰਘ ਜੀ ਅਤੇ ਇਲਾਕਾ ਵਾਸੀਆਂ ਅਤੇ ਸੰਗਤ ਦੇ ਉਦਮ ਸਦਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਦੀ ਹੋਈ ਹਾਰ ਤੇ ਵੀ ਪ੍ਰਤੀਕਰਮ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਉੱਤੇ ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਸਗੋਂ ਇਸ ਤੋਂ ਪਹਿਲਾਂ ਵੀ 1999 ਵਿੱਚ ਵੀ ਇਸੇ ਤਰ੍ਹਾਂ ਅਕਾਲੀ ਦਲ ਮਾਨ ਨੇ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਗੁਰੂ ਸਾਹਿਬ ਜੀ ਨੇ ਅਪਾਰ ਤੇ ਕਿਰਪਾ ਬਖਸ਼ਿਸ਼ ਕਰਕੇ ਸਾਡੇ ਸਿੱਖ ਪੰਥ ਦੀ ਮਹਾਨ ਜਥੇਬੰਦੀ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੇ ਸਾਥੀ ਸੰਤ ਬਾਬਾ ਸਤਨਾਮ ਸਿੰਘ ਜੀ, ਇਹ ਜਥੇਬੰਦੀ ਲਗਭਗ ਬਹੁਤ ਸਾਰੇ ਗੁਰਸਥਾਨਾਂ ਤੇ, ਚਾਹੇ ਦਿੱਲੀ ਦੇ ਵਿੱਚ ਹੋਣ ਚਾਹੇ ਪੰਜਾਬ ਦੇ ਵਿੱਚ ਹੋਣ, ਕਾਰ ਸੇਵਾ ਰਾਹੀਂ ਗੁਰੂ ਘਰਾਂ ਦੀ ਉਸਾਰੀ ਦੇ ਵਿੱਚ ਆਪਣਾ ਬਹੁਤ ਚੋਖਾ ਯੋਗਦਾਨ ਪਾਉਂਦੇ ਆ। ਇੱਥੇ ਵੀ ਅੱਜ ਕਿਉਂਕਿ ਇਹ ਪਵਿੱਤਰ ਸਤਿਗੁਰੂ ਜੀ ਨੂੰ ਬਹੁਤ ਵੱਡੀ ਜਿੱਥੇ ਕਿਰਪਾ ਤੇ ਬਖਸ਼ਿਸ਼ ਦੇ ਧਰਤੀ ਤੇ ਸਤਿਗੁਰੂ ਜੀ ਨੇ ਇੱਕ ਨਹੀਂ 6 ਪਾਤਸ਼ਾਹੀਆਂ ਨੇ ਆਪਣੇ ਪਵਿੱਤਰ ਚਰਨ ਮੁਬਾਰਕ ਕੇ ਇਸ ਧਰਤੀ ਤੇ ਪਾਏ। ਉੱਥੇ ਕਿਉਂਕਿ ਲੰਗਰ ਹਾਲ ਦੀ ਸੰਗਤਾਂ ਦੀ ਬੜੇ ਲੰਮੇ ਸਮੇਂ ਦੀ ਮੰਗ ਸੀ ਕਿ ਲੰਗਰ ਹਾਲ ਵੀ ਇੱਥੇ ਚਾਹੀਦਾ, ਸੋ ਉਹਦੀ ਅੱਜ ਸ਼ੁਰੂਆਤ ਜਿਹੜੀ ਆ ਕਾਰ ਸੇਵਾ ਰਾਹੀਂ ਕੀਤੀ ਗਈ ਆ। ਤੇ ਬਾਬਾ ਜੀ ਨੂੰ ਵੀ ਇਸ ਨੰਬਰ ਬੇਨਤੀ ਕੀਤੀ ਆ ਕਿ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਮੇਂ ਦੇ ਵਿੱਚ ਰਹਿ ਕੇ ਇਹ ਜਿਹੜੇ ਕਾਰਜ ਸਤਿਗੁਰੂ ਜੀ ਇਹਨਾਂ ਪਾਸੋਂ ਸੰਪੂਰਨ ਕਰਵਾ ਲੈਣ। ਤੇ ਸੰਗਤਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਸੰਗਤਾਂ ਦਾ ਜਿਹੜਾ ਉਤਸ਼ਾਹ ਆ ਉਹ ਇਹ ਦਰਸਾਉਂਦਾ ਵੀ ਨਹੀਂ ਕਾਰ ਸੇਵਾ ਕੇਸ ਲੜ ਰਹੇ ਆ। ਉਹ ਤਾਂ ਹੁਣ ਦੇਖੋ ਗੱਲ ਇਹ ਆ, ਸ਼੍ਰੋਮਣੀ ਕਮੇਟੀ ਨੇ ਜੇ ਹੱਥੀਂ ਉਤਰੇ ਤਾਂ ਵੀ ਦੋਸ਼ੀ ਅਸੀਂ, ਤੇ ਜੇ ਆਪਾਂ ਹੁਣ ਪੁਲਿਸ ਕੋ ਫੜਾਤਾ ਤਾਂ ਹੁਣ ਗਾਰਜ ਕਹਾਂ ਪੁਲਿਸ ਦਾ ਆ, ਪੁਲਿਸ ਆਪਣੇ ਕਾਰਜ ਨੂੰ ਕਰੇ। ਇਸ ਦਾ ਰੋਜ਼ ਪਿੱਟਦੇ ਇਹਨਾਂ ਨੂੰ ਵੀ ਨਾ ਕੰਮ ਇਦਾਂ ਦੇ ਕਰੋ। ਮੇਰੀ ਛੋਟੀ ਖਾਲਸੇ ਦੀ ਆਨ ਅਤੇ ਸ਼ਾਨ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਦੂਸਰੇ ਪੜਾਅ ਦੀ ਆਰੰਭਤਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੋਈ। ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਰਘਬੀਰ ਸਿੰਘ ਜੀ ਦੇ ਵੱਲੋਂ ਕੀਤੀ ਗਈ। ਹੋਲੇ ਮਹੱਲੇ ਦੇ ਕੌਮੀ ਤਿਉਹਾਰ ਦੇ ਵਿੱਚ ਸ਼ਾਮਲ ਹੋਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ-ਵੱਖ ਇਤਿਹਾਸਕ ਗੁਰੂ ਘਰਾਂ ਨੂੰ ਸੁੰਦਰ ਫੁੱਲਾਂ ਅਤੇ ਦੀਪਮਾਲਾ ਦੇ ਨਾਲ ਸਜਾਇਆ ਗਿਆ। ਹੋਲੇ ਮਹੱਲੇ ਦੀ ਆਰੰਭਤਾ ਅਤੇ ਕੀਤੇ ਗਏ ਪ੍ਰਬੰਧਕਾਂ ਸੰਬੰਧੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਬਾਬਾ ਜੀ ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਆਏ ਹੋ?
ਨਾਮ ਜੀ ਦਾਸ ਬਾਬਾ ਬਲਕਾਰ ਸਿੰਘ ਜੀ, ਮੁਖੀ ਪ੍ਰਚੰਡ ਖਾਲਸਾ ਦਲ ਉੱਤਰਾਖੰਡ ਬਾਜਪੁਰ ਤੋਂ ਆਏ ਜੀ। ਤੇ ਹੋਲੇ ਮਹੱਲੇ ਦੇ ਮੌਕੇ ਆਏ ਹੋ, ਕਿਸ ਤਰ੍ਹਾਂ ਦਾ ਮਾਹੌਲ ਹੈਗਾ ਤੇ ਕੀ ਕੁਝ ਕਿੰਨੇ ਦਿਨ ਰਹੋਗੇ ਇੱਥੇ? ਅਸੀਂ 15 ਦੇ ਆਏ ਹਾਂ ਜੀ, 20 ਤੱਕ ਇੱਥੇ ਹਾਂ ਜੀ। ਤੇ ਕਿੱਦਾਂ ਦਾ ਮਾਹੌਲ ਹੈਗਾ ਇੱਥੇ ਜਿਹੜੀ ਕਿ ਖਾਲਸੇ ਦੀ ਲੈ ਕੇ ਚੜ੍ਹਦੀ ਕਲਾ ਬਣਾ ਕੇ? ਇਸ ਵਾਰ ਤੇ ਮਾਹੌਲ ਬਹੁਤ ਜ਼ਿਆਦਾ ਵਧੀਆ ਜੀ। 10-12 ਦਿਨ ਤੋਂ ਇਸੇ ਤਰ੍ਹਾਂ ਹੀ ਸੰਗਤ ਆ ਰਹੀ ਆ। ਅੱਗੇ 2-3 ਦਿਨ ਪਹਿਲਾਂ ਆਉਂਦੀ ਦੀ, ਹੁਣ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਬਹੁਤ ਵੀਰਾ ਘੱਤ ਕੇ ਸੰਗਤ ਜਿਹੜੀ ਆ ਰਹੀ ਹੈ ਜੀ। ਬਹੁਤ ਜ਼ਿਆਦਾ ਆਨੰਦ ਇਸ ਵਾਰ। ਕਿੰਨੇ ਸਾਲਾਂ ਤੋਂ ਆ ਰਹੇ ਹੋ ਤੁਸੀਂ? ਅਸੀਂ ਮਾਰਾ ਬਚਪਨ ਤੋਂ ਆ ਰਹੇ ਹਾਂ ਜੀ। ਬਚਪਨ ਤੋਂ। ਹਾਂਜੀ। ਤੇ ਹੋਰ ਕੀ ਕਹਿਣਾ ਚਾਹੁੰਦੇ ਹੋਲੇ ਮਹੱਲੇ ਨੂੰ ਲੈ ਕੇ ਜੀ? ਬਸ ਇਹੋ ਕਹਿਣਾ ਚਾਹੁੰਦੇ ਆ ਜੀ, ਜਿੰਨੀਆਂ ਸੰਗਤਾਂ ਬੜੀਆਂ ਸ਼ਰਧਾ ਦੇ ਨਾਲ ਆ ਰਹੀਆਂ ਇਸ ਵਾਰ, ਤੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਦਾ ਘਰ ਆ। ਜਿਹੜੇ ਵੀ ਸਿੰਘ ਆ ਰਹੇ ਪੂਰਨ ਸ਼ਰਧਾ ਨਾਲ ਆਉਣ ਤੇ ਆਪਣੀਆਂ ਝੋਲੀਆਂ ਭਰ ਕੇ ਜਾਣ। ਕਿਸੇ ਗੱਲ ਦੀ ਇੱਥੇ ਕਮੀ ਨਹੀਂ ਜੀ। ਬਾਬਾ ਜੀ, ਇੱਕ ਚੀਜ਼ ਦੇਖੀ ਆ, ਨੌਜਵਾਨ ਪੀੜ੍ਹੀ ਤਾਂ ਜਿਹੇ ਧਾਰਮਿਕ ਪ੍ਰੋਗਰਾਮਾਂ ਤੇ ਬਹੁਤ ਆਉਂਦੇ, ਪਰ ਸਿੱਖੀ ਨਾਲ ਬੇਮੁਖ ਹੁੰਦੇ ਜਾ ਰਹੇ ਆ, ਕੇਸ ਕਤਲ ਕਰਵਾ ਰਹੇ ਆ, ਹੈ ਨਾ, ਮਤਲਬ ਗੁਰੂ ਗ੍ਰੰਥ ਸਾਹਿਬ ਤੋਂ ਟੁੱਟਦੇ ਜਾ ਰਹੇ ਆ। ਕੀ ਕਹਿਣਾ? ਇਹ ਤੇ ਹੈ ਆ ਜੀ, ਪਰ ਪਹਿਲਾਂ ਨਾਲੋਂ ਕਾਫੀ ਫਰਕ ਪੈ ਗਿਆ। ਭਾਈ ਜੋਗਿੰਦਰ ਸਿੰਘ ਜੀ ਤੇ ਹੈੱਡ ਗ੍ਰੰਥੀ? ਹਾਂਜੀ। ਸਿੰਘ ਸਾਹਿਬ, 3 ਦਿਨਾਂ ਦਾ ਸਮਾਗਮ ਜਿਹੜੇ ਕੀ ਕੁਝ ਰਹਿਣ ਵਾਲੇ, ਅੱਜ ਸ਼ੁਰੂਆਤ ਹੋਈ ਆ, ਕੀ ਕੁਝ ਪ੍ਰੋਗਰਾਮ ਰਹਿਣਗੇ 3 ਦਿਨਾਂ ਦੇ ਕੇਸਗੜ੍ਹ ਸਾਹਿਬ? ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 17 ਤਰੀਕ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ। ਇਹ ਹੋਲੇ ਮਹੱਲੇ ਦੇ ਦੂਸਰੇ ਪੜਾਅ ਦੀ ਆਰੰਭਤਾ ਹੈ, ਜੋ 3 ਦਿਨ ਲਗਾਤਾਰ ਸਮਾਗਮ ਚੱਲਣਗੇ। 19 ਤਰੀਕ ਵਾਲੇ ਦਿਨ ਤਕਰੀਬਨ 12 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਸਥਾਨਾਂ ਤੋਂ 5 ਪਿਆਰੇ ਸਾਹਿਬਾਨੇ ਦੀ ਅਗਵਾਈ ਵਿੱਚ ਸੰਗਤਾਂ ਦੀ ਸਮੂਲੀਅਤ ਹੋਵੇਗੀ। ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਕੱਢਿਆ ਜਾਵੇਗਾ, ਔਰ ਜਿੱਥੇ ਪੁਖਤਾ ਪ੍ਰਬੰਧ ਹਨ ਰਿਹਾਇਸ਼ ਦੇ, ਦਵਾਈਆਂ ਦੇ, ਉੱਥੇ ਸੰਗਤਾਂ ਨੂੰ ਇੱਕ ਬੇਨਤੀ ਹੈ ਕਿ ਜਦੋਂ ਆਪਣੇ ਵਹੀਕਲਾਂ 'ਤੇ ਆਉਂਦੇ ਹੋ, ਕੋਈ ਕਿਸੇ ਦਾ ਨੁਕਸਾਨ ਨਾ ਹੋਵੇ। ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਦੇ ਭੈ ਵਿੱਚ ਆਈਏ। ਇਹ ਨਾ ਹੋਵੇ ਕਿ ਅਸੀਂ ਅਨੰਦਪੁਰ ਸਾਹਿਬ ਨੂੰ ਕੋਈ ਕਲੰਕ ਲਾਈਏ ਕਿ ਸਾਡਾ ਬੱਚਾ ਅਨੰਦਪੁਰ ਸਾਹਿਬ ਜਾਂਦਾ, ਆਹ ਚੀਜ਼ ਹੋ ਗਈ, ਇਸ ਤਰ੍ਹਾਂ ਹੋ ਗਿਆ, ਦੁੱਖ ਆਇਆ ਕੋਈ। ਅਨੰਦਪੁਰ ਸਾਹਿਬ ਨੂੰ ਅਸੀਂ ਖੁਸ਼ੀਆਂ ਦੇਣੀਆਂ ਨੇ ਕਿ ਅਸੀਂ ਅਨੰਦਪੁਰ ਸਾਹਿਬ ਗਏ, ਗੁਰੂ ਦੇ ਦਰ ਤੋਂ ਆਹ ਖੁਸ਼ੀਆਂ ਲੈ ਕੇ ਆਏ ਹਾਂ। ਇਸ ਕਰਕੇ ਸਤਿਗੁਰ ਦੀ ਕਿਰਪਾ ਨਾਲ ਪ੍ਰਬੰਧਕਾਂ ਵੱਲੋਂ ਪੂਰੇ ਪ੍ਰਬੰਧ ਹਨ। ਸੰਗਤਾਂ ਦੇ ਸਹਿਯੋਗ ਦੀ ਲੋੜ ਹੈ। ਸੰਗਤ ਦੀ ਚੜ੍ਹਦੀ ਕਲਾ ਨਾਲ ਸਹਿਯੋਗ ਕਰਕੇ ਹੋਲੇ ਮਹੱਲੇ ਦੀ ਰੌਣਕ ਨੂੰ ਵਧਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਨੂੰ ਆਪਾਂ ਸ਼੍ਰੋਮਣੀ ਕਮੇਟੀ ਤੇ ਇੱਕ ਭਾਂਡਾ ਭੰਨ ਕੇ ਹੁਣ ਆਪਾਂ ਕੇਂਦਰੀ ਜਥੇਬੰਦੀ ਬਿਲਕੁਲ ਠੀਕ ਆ, ਬਿਲਕੁਲ ਠੀਕ ਆ, ਪਰ ਕੇਂਦਰੀ ਜਥੇਬੰਦੀ ਦੇ ਨਾਲ ਸਾਡੀਆਂ ਸਿੰਘ ਸਭਾਵਾਂ, ਸਾਡੀਆਂ ਹੋਰ ਸਾਰੀਆਂ ਜਥੇਬੰਦੀਆਂ ਉਹ ਵੀ ਪਾ ਰਹੀਆਂ। ਮੈਂ ਇਸ ਤੋਂ ਮੁਨਕਰ ਨਹੀਂ ਹੁੰਦਾ। ਤੁਸੀਂ ਕੀ ਸਮਝਦੇ ਨਿਗਾਰ ਆਇਆ ਹੈ ਜੀ ਧਰਮ ਪ੍ਰਚਾਰ ਦੇ ਵਿੱਚ? ਨਹੀਂ, ਧਰਮ ਪ੍ਰਚਾਰ 'ਚ ਨਹੀਂ ਨਿਗਾਰ ਆਇਆ, ਕੋਈ ਵੀ ਸਮੇਂ ਦੇ ਵਿੱਚ ਨਿਗਾਰ ਆਇਆ। ਧਰਮ 'ਚ ਕਿੱਥੇ ਨਿਗਾਰ? ਧਰਮ ਦਾ ਅਮੇਟਿਆ, ਧਰਮ ਦਾ ਖੜਾ ਆ। ਧਰਮ ਦਾ ਜਥੇਦਾਰ ਨੇ ਇੱਥੋਂ ਤੱਕ ਕਹਿਣਾ ਪੈ ਗਿਆ ਸੀਗਾ ਪਿਛਲੀ ਵਾਰ ਨੂੰ ਵੀ ਇੱਕ ਬੱਚਾ ਹੋਰ ਪੈਦਾ ਕਰੋ, ਸਿੱਖਾਂ ਦੀ ਗਿਣਤੀ। ਚਲੋ ਉਹ ਸਿੰਘ ਅੱਜ ਦੀ ਟਾਈਮ ਇਹ ਆ ਵੀ ਸਿੱਖ ਜਿੱਥੇ ਆ ਕੋਈ ਸਿੱਖ ਦਿਸਦੇ ਨਹੀਂ ਆ ਜੀ। ਹੋਲੇ ਮਹੱਲੇ ਨਹੀਂ ਦਿਸਦੇ ਆ। ਕਮੀ ਤਾਂ ਹੈ ਨਾ ਜੀ, ਕਮੀ ਹੈਗੀ, ਮੈਂ ਇਹਦੇ ਵਿੱਚ ਕੋਈ ਦੋ ਰਾਮ ਨਹੀਂ, ਪਰ ਦਿਸਦੀ ਆ। ਪਰ ਅੱਜ ਮੈਨੂੰ ਇਸ ਗੱਲ ਨਾਲ ਵੀ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਭਈ ਆਪਾਂ ਲਾਉਨੇ ਜੀ ਫਲਾਣੇ ਨੇ ਧਰਮ ਪਰਿਵਰਤਨ ਕਰ ਲਿਆ, ਫਲਾਣਾ ਕਰ ਲਿਆ। ਸਿੱਖ ਦਾ ਜਿਹੜਾ ਧਰਮ ਆ, ਗੁਰੂ ਆ, ਇਹ ਪਰਿਵਰਤਨ ਨਹੀਂ ਕਦੇ ਵੀ ਹੁੰਦਾ। ਇਹ ਐਵੇਂ ਇੱਕ ਚਿਹਰੇ ਮੋਹਰੇ ਜਿਹਾ ਬਣਾ ਕੇ, ਠੀਕ ਆ, ਸਾਡੇ ਵਿੱਚ ਮੈਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੁੰਦਾ। ਕੁਛ ਸਾਡੇ ਵਿੱਚ ਵੀ ਕੋਈ ਘਾਟਾਂ ਰਹੀਆਂ ਹੋਣਗੀਆਂ, ਪਰ ਫਿਰ ਏਡੇ ਲੈਵਲ ਤੇ ਨਹੀਂ ਜਿੱਡੀ ਆਪਾਂ ਚਿੰਤਾ ਕਰਨੀ ਚਾਹੀਦੀ ਆ। ਚਿੰਤਨ ਵੀ ਕਰਨਾ ਚਾਹੀਦਾ ਮਨੁੱਖ ਨੂੰ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਕਿਹਾ ਕਿ ਉਹ ਪੰਜਾਬ ਦੇ ਬਜਟ ਦਾ ਇੰਤਜ਼ਾਰ ਕਰ ਰਹੇ ਹਨ। ਖੱਟੜ ਨੇ ਕਿਹਾ ਕਿ ਦਿੱਲੀ ਵਿੱਚ ਸਰਕਾਰ ਚਲਾਉਣਾ ਹੋਰ ਗੱਲ ਹੈ, ਪਰ ਪੰਜਾਬ ਵਿੱਚ ਸਰਕਾਰ ਕਿਵੇਂ ਚੱਲਦੀ ਹੈ ਆਪ ਨੂੰ ਹੁਣ ਪਤਾ ਲੱਗੇਗਾ। ਮੁੱਖ ਮੰਤਰੀ ਹਰਿਆਣਾ ਨੇ ਕਿਹਾ ਕਿ ਪੰਜਾਬ ਦਾ ਕੁੱਲ ਕਰਜ਼ GSDP ਦਾ 48% ਹੋ ਚੁੱਕਾ ਹੈ। ਦੂਜੇ ਪਾਸੇ ਖੱਟੜ ਕੇਜਰੀਵਾਲ ਤੇ ਵਰਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਕਿ ਦਿੱਲੀ ਵਿੱਚ 1100 ਸਕੂਲ ਹਨ, ਜਦੋਂ ਕਿ ਹਰਿਆਣਾ ਵਿੱਚ 15,000 ਸਕੂਲ ਹਨ। ਇਸ ਦੇ ਨਾਲ ਹਰਿਆਣਾ ਵਿੱਚ ਖੇਤੀਬਾੜੀ ਲਈ 80 ਲੱਖ ਏਕੜ ਜ਼ਮੀਨ ਹੈ ਤੇ ਦਿੱਲੀ ਵਿੱਚ ਕੁਝ ਏਕੜ ਜ਼ਮੀਨ ਹੈ। ਇਸ ਲਈ ਦਿੱਲੀ ਦੀ ਤੁਲਨਾ ਬਾਕੀ ਦੇ ਰਾਜਾਂ ਨਾਲ ਨਾ ਕਰੋ। ਖੱਟੜ ਨੇ ਕਿਹਾ ਕਿ ਹਰਿਆਣਾ ਵਿੱਚ ਕੁੱਲ ਕਿਸਾਨਾਂ ਦੀ ਗਿਣਤੀ 18,000 ਹੈ, ਜਦੋਂ ਕਿ ਦਿੱਲੀ ਵਿੱਚ किसान ना मात्र हैं। होली त्यौहार की रंगों की जो बहार है, त्यौहार है, आपसी प्रेम भाईचारे का त्यौहार। इसकी आपको बहुत बहुत बधाई, बहुत बहुत शुभकामनाएं। मित्रों, आज मुख्य विषय तो यही था कि भी होली के अवसर पर, त्यौहार का एक अवसर है तो मिलेंगे, गपशप होगी। फिर भी जब आए हैं तो कुछ ना कुछ विषय ज़रूर आपके सामने में रखना चाहूँगा। पहला तो कुछ कार्यक्रमों के नाते से
अंतर्राष्ट्रीय जो ये सूरजकुंड का हस्तशिल्प मेला है, ये कल नहीं 19 को परसों ये शुरू होने जा रहा है और ये 4 अप्रैल तक चलेगा। क्योंकि कोविड के बाद एक प्रकार से 2 साल के बाद, 2 साल बीच में नहीं हुआ, तो अब ये मेला हम शुरू कर रहे हैं। और इसमें इस बार जम्मू कश्मीर जो हमारा केंद्र शासित जो प्रदेश है वो पार्टनर स्टेट है, और ऐसे ही पार्टनर कंट्री के नाते से उज्बेकिस्तान ये हमारा कंट्री पार्टनर रहेगा। 20 देशों के जो लोग हैं, कलाकार हैं, शिल्पकार हैं, वो इसमें भाग लेने के लिए आएंगे, ऐसी संभावना है। ये मेला तो हम जानते हैं कि इसको लगभग 35 वर्ष हो गए लगातार चलते हुए। शिल्पकार और कलाकार अपना अपना हुनर यहाँ के दिखाते हैं। लगातार 15 दिन तक ये चलता है, बल्कि इसमें अब 1 दिन बढ़ाया गया है। इसकी जो तिथियां हैं वो जो महीने का फर्स्ट वीकेंड्स के 2 दिन और फिर तीसरे सप्ताह का जो वीकेंड है उस तक अब ये चलता है। तो ऐसे ये कुल मिलाकर 16 दिन का ये हो जाता है। इस बार हमने ये भी विचार किया है कि केवल एक मेला नहीं बल्कि साल में 2 मेले यहाँ लगाया करेंगे। वो सितंबर अक्टूबर के महीने में भी यहाँ इसी प्रकार का कोई ना कोई आयोजन किया जाए। वो फिर जो डिपार्टमेंट पहले कर रहा वो करेगा या कोई दूसरा डिपार्टमेंट करेगा, लेकिन एक अच्छा स्थान है, इसका उपयोग वर्ष में 2 बार करें। इस बार हमने ई-टिकटिंग का एक सिस्टम इसमें शुरू किया है कि घर बैठे ही अपनी टिकट कटवा सकते हैं, रिजर्व कर सकते हैं। तो ई-टिकटिंग के माध्यम से लोगों को सुविधा जो है वो आने जाने की हो जाएगी और लगभग 25 लाख लोग जो हैं इस मेले में और सहभाग करते हैं। स्कूलों के बच्चों को इसमें विशेष सुविधा दी जाती है ताकि वो इसका भ्रमण करें। एक दूसरा कार्यक्रम वो भी कोविड के कारण से ही थोड़ा विलंब हुआ है। श्री गुरु तेग बहादुर जी का 400वां जो प्रकाशोत्सव सारे देश भर में कुछ स्थानों पर मनाया गया है, कुछ स्थान अब मना रहे हैं। मई तक ये सब कार्यक्रम चलेंगे। तो इसमें एक प्रकार का हरियाणा का कुछ बैठकें, कुछ छोटे कार्यक्रम तो हुए हैं, लेकिन बड़ा कार्यक्रम एक आयोजन उसका किया जा रहा है। उसकी तिथि तय हुई है 24 अप्रैल 2022 और स्थान होगा इसका पानीपत। तो बड़ा एक कार्यक्रम ये किया जाए, रविवार का दिन है। तो इस राज्य स्तरीय समारोह में जो भी संत समाज, प्रमुख रूप से सिख संत भी आएंगे, कुछ देश के ग्रामीण नामी लोग और भी हमें आमंत्रण देंगे। कौन कौन इसमें आएगा उसकी अभी कंफर्मेशन होगी, लेकिन उसकी तैयारी के लिए पानीपत की टीम ने अपनी तैयारी जो है वो शुरू कर दी है। गुरु तेग बहादुर जी के बारे में हम सब जानते हैं कि उन्होंने समाज के प्रति कितना समर्पण भाव, एक बलिदान जो दिया था। खास करके जो कश्मीर में ज़बरदस्ती मुस्लिम बनाया जा रहा था जिस प्रकार वहाँ के पंडितों को, तो वो लोग गुरु गोविंद सिंह जी के पास आए और गुरु गोविंद सिंह जी को अपनी वहाँ की व्यथा, सारी दुख कहानी सुनाई और साथ में ये भी कहा कि जब तक कोई महापुरुष बलिदान देने वाला सामने आगे नहीं आएगा तब तक ये क्रम, ये अत्याचार ये रुकेगा नहीं। तो इस प्रकार गुरु तेग बहादुर जी को जब उन्होंने कहा तो गुरु तेग बहादुर जी ने गुरु गोविंद सिंह के सामने रखा और गुरु गोविंद सिंह जी से उन्होंने कहा कि ऐसा कौन महापुरुष हो सकता है कि जिसके बलिदान से ये सब काम रुक सके। तो उनको मालूम है कि गुरु गोविंद सिंह जी ने कहा कि नवम पातशाह गुरु तेग बहादुर जी, आपसे बड़ा और कौन महान हो सकता है। तो पुत्र ने पिता को बलिदान होने की प्रेरणा दी। मैं कुछ गलत तो नहीं कर रहा ना? कुछ ने कोई गलत नहीं कहता। गुरु गोविंद सिंह जी ने कहा गुरु तेग बहादुर जी ਨੂੰ ਵੀ ਤੁਸੀਂ ਬਲਿਦਾਨ ਦੇ ਦਿਓ। हाँ कि ਤੁਹਾਡੇ ਤੋਂ ਵੱਡਾ ਹੋਰ ਮਹਾਪੁਰਸ਼ ਕੌਣ ਹੋ ਸਕਦਾ? ਕੁਛ ਨੇ ਕੋਈ ਗਲਤ ਨਹੀਂ ਹੈ, ਇਸੀ ਚੀਜ਼ ਸੀ। ਜੋ ਕੁਝ ਕਹਿ ਰਹੇ ਹੋ ਠੀਕ ਹੈ। नहीं नहीं नहीं, जिथे तुसी मोहर लाओगे वो ठीक होएगा। मैं कह रहा क्या पता कुछ और गलत। तो इस प्रकार का एक बलिदान प्रेरणा देने वाला, तो उनकी जीवनी से नई पीढ़ी को भी और प्रेरणा मिले। एक हरियाणा से जो जुड़ी बातें बहुत गुरु तेग बहादुर जी की हैं। गुरु तेग बहादुर जी के जो भ्रमण के स्थान हैं, अगर आज का हरियाणा हम देखें तो ये एरिया ऐसा है कि जहाँ सबसे ज़्यादा उनका भ्रमण हुआ। 30 से अधिक गुरुद्वारे आज भी गुरु तेग बहादुर जी के नाम से
हरियाणा में हैं। जैसे धमतान साहब एक ऐसा बड़ा स्थान है जहाँ से उन्होंने सारी ये यात्रा शुरू की। बहुत एक पवित्र का यानी तीर्थ ऐसा वो माना जाता है। जब उनका शीश धड़ से अलग किया गया शीशगंज स्थान के ऊपर जहाँ बड़ा गुरुद्वारा है, तो उस शीश को, उनके शीश को और दरबार अपना आनंदपुर साहब लेकर के जाया जाए, तो उनके शीश को जब लेकर चल रहे थे मुगल सेना उनके भी पीछे लगी हुई थी। तो जो रास्ते में आज जो गांव है बड़ खालसा गांव में जब वहाँ के भक्तों को, वहाँ के श्रद्धालुओं को पता लगा कि इस प्रकार की घटना हो गई है, तो वहाँ एक जवान थे खुशहाल सिंह दैया। खुशहाल सिंह दैया के मन में आया, या जिन्होंने प्रेरणा दी कि तो सिर को भी यानी ले जाने नहीं देंगे। और ऐसा कहा जाता है कि खुशहाल सिंह का जो चेहरा, शक्ल, सूरत वो गुरु तेग बहादुर जी से मिलती जुलती थी। तो उनको बताया कि आप अपना जो सर है वो धड़ से अलग करा लो और शहीदी दे दो, बलिदान हो जाओ, तो आपके सर को हम मुगल सेना को दे देंगे और मुगल सेना संतुष्ट होकर के ले जाएगी, ताकि गुरु महाराज का जो शीश है उसको हम सुरक्षित आनंदपुर साहब पहुंचा सकें। ये घटना हमारे हरियाणा में बड़ खालसा गांव में हुई है। आज भी जहां खुशहाल सिंह जी के नाम से एक वहाँ गुरुद्वारा, एक म्यूजियम एक बना हुआ है। और ऐसे बहुत स्थान हैं। लोहगढ़ का स्थान, वहाँ भी वो गए, कुरुक्षेत्र थानेसर वो गए, और त्रावड़ी वो गए, कैथल गए, मानसा, ये मानसा तो पंजाब में हो गया। तो इन सारे क्षेत्रों के अंदर उनका जो भ्रमण हुआ, हरियाणा के जो लोग हैं उनके प्रति अपनी श्रद्धा रखते हैं। तो ये एक 400 साल जो उनका वर्ष, यानी 400 साल का जो प्रकाश पर्व है, इसको हम उस दिन मनाएंगे। एक समाचार वो भी आपको बताना है कि ये जो कोरोना के कारण से टीकाकरण का जो अभियान चला, वो अभियान हरियाणा में बहुत तेजी से चला है। कुल मिलाकर 2,29,00,000 लोग ऐसे हैं जिनको पहली डोज लग चुकी है। 1,83,00,000 ऐसे लोग हैं जिनको दूसरी डोज लग चुकी है। और जो 60 वर्ष से ऊपर के जिसको तीसरी डोज या प्रिकॉशनरी डोज जिसको कह रहे हैं, 2,54,000 लोगों को वो भी लग चुकी है। और फिर जो 15 से 18 वर्ष के बच्चों को 3 जनवरी को जो प्रधानमंत्री जी ने घोषणा की थी, वो भी 11 लाख बच्चों को पहली और 6 लाख बच्चों को दूसरी डोज लग चुकी है। अब 12 से 14 वर्ष के बच्चों को भी ये जो कोविड रोधी टीकाकरण है, ये कार्यक्रम भी शुरू हो चुका है। इसमें भी 9,75,000 कुल ये बच्चे हैं। तो इस समय उस अभियान को शुरू कर दिया है। हाँ, अब 390 ऐसे टीकाकरण केंद्र हैं जिन स्थानों पर इन बच्चों को भी बुला करके और इनका टीकाकरण किया जाएगा। हमने बहुत ही, जिसको कहना चाहिए, अपने देश के प्रधानमंत्री जी की प्रेरणा से सारे देश में और कोरोना वॉरियर्स ने इसका जो मुकाबला किया है, और ये जो तीसरी लहर है अब ये प्राय समाप्ति पर है, और यही एक कामना की जाती है कि आगे इससे लगातार छुटकारा मिल जाए। तो ऐसी जो आगे भविष्य की बातें हैं वो तो जैसा होंगी वैसे अपने को ध्यान में आती रहेंगी। परिवार पहचान पत्र की एक जानकारी जो आपको देनी है वो है कि जैसा गढ़शंकर ਦੇ ਪਿੰਡ ਬਡੇਸਰੇ ਦੇ ਅੱਡੇ ਵਿਖੇ ਸਿੱਧ ਬਾਬਾ ਬਾਲਕ ਨਾਥ ਦੀ ਮੂਰਤੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬਡੇਸਰੋਂ ਅੱਡਾ ਰੇਲਵੇ ਲਾਈਨ ਦੇ ਨਜ਼ਦੀਕ ਸਿੱਧ ਬਾਬਾ ਬਾਲਕ ਨਾਥ ਜੀ ਦਾ ਮੰਦਿਰ ਬਣਿਆ ਹੋਇਆ ਹੈ। ਜਦੋਂ ਸ਼ਾਮ ਨੂੰ ਪਿੰਡ ਦਾ ਵਿਅਕਤੀ ਮੱਥਾ ਟੇਕਣ ਗਿਆ ਤਾਂ ਉੱਥੋਂ ਮੂਰਤੀ ਗਾਇਬ ਸੀ, ਜਿਸ ਦੀ ਸੂਚਨਾ ਪਿੰਡ ਦੀ ਪੰਚਾਇਤ ਥਾਣਾ ਗੜਸ਼ੰਕਰ ਨੂੰ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਮੌਕੇ ਤੇ ਜਾਇਜ਼ਾ ਲਿਆ ਗਿਆ ਅਤੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਦੋਸ਼ੀਆਂ ਦੇ ਵਿਰੁੱਧ ਜਲਦ ਹੀ ਕਾਰਵਾਈ ਦੀ ਮੰਗ ਕੀਤੀ ਗਈ। ਫਿਰ ਸਾਡੇ ਹਲਕੇ ਦੇ ਵਿੱਚ ਗੜਸ਼ੰਕਰ ਦੇ ਵਿੱਚ ਜਿਹੜਾ ਪਿੰਡ ਅੱਜ ਬਡੇਸਰੋਂ ਦੇ ਵਿੱਚ ਬਾਬਾ ਬਾਲਕ ਨਾਥ ਮੰਦਿਰ ਜਿਹੜਾ ਹੈ, ਉੱਥੇ ਅੱਜ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਅੱਜ ਫਿਰ ਇੱਥੋਂ ਇੱਕ ਜਿਹੜਾ ਕੋਈ ਚੁਰਾ ਕੇ ਭੱਜ ਗਿਆ, ਔਰ ਜਿਹੜੀਆਂ ਭਗਵਾਨ ਦੀਆਂ ਤਸਵੀਰਾਂ ਸੀਗੀਆਂ, ਫੋਟੋ ਸੁਸ਼ੋਭਿਤ ਸੀਗੀਆਂ ਜਿਹੜੀਆਂ ਸਾਡੇ ਮੰਦਿਰ ਦੇ ਵਿੱਚ, ਉਹ ਵੀ ਚੁੱਕ ਕੇ, ਚਾਹੇ ਵਿਸ਼ਕਰਮਾ ਭਗਵਾਨ ਜੀ, ਚਾਹੇ ਗੁਰੂ ਰਵਿਦਾਸ ਮਹਾਰਾਜ ਜਿਹੜੇ ਸਰੂਪ ਸੀਗੇ, ਉਹ ਚੁੱਕ ਕੇ ਜਿਹੜਾ ਬਾਹਰ ਉਸ ਬੰਦੇ ਨੇ ਖੇਤ ਦੇ ਵਿੱਚ ਸੁੱਟ ਕੇ ਉਹਨਾਂ ਦੀ ਬੇਅਦਬੀ ਕੀਤੀ ਹੈ। ਔਰ ਨਾਲ ਜਿਹੜਾ ਬੰਦਾ ਜਿਸ ਕੋਲ ਉਹਨੇ ਪ੍ਰਸ਼ਾਦ ਮੰਗਿਆ, ਜਿਹੜਾ ਇੱਥੋਂ ਨਿਕਲਿਆ ਸੀ, ਜਿਹਨੇ
ਜਿਸ ਬੰਦੇ ਨੇ ਕੰਮ ਕੀਤਾ ਉਹ ਬੰਦਾ ਜਿਹੜਾ ਉਹਨੇ ਦੂਸਰੀ ਮੂਰਤੀ ਵੀ ਜਿਹੜੀ ਪਈ ਹੈ ਬਾਬਾ ਬਾਲਕ ਨਾਥ ਦੀ ਉਹਦੇ ਬਾਰੇ ਵੀ ਇਹ ਕੰਮ ਕਰਨ ਲੱਗਾ ਸੀ। ਉਹਦੇ ਜਿਹੜੇ ਵਸਤਰ ਹੈ ਉਹ ਸਾਰੇ ਉਤਾਰ ਕੇ ਰੱਖੇ ਹੋਏ ਸੀ ਮੂਰਤੀ ਦੇ। ਬੜੀ ਮੰਦਭਾਗੀ ਘਟਨਾ। ਹਲੇ ਕੁਝ ਬਹੁਤਾ ਸਮਾਂ ਨਹੀਂ ਹੋਇਆ, ਪਿੰਡ ਪਦਰਾਣੇ ਦੇ ਵਿੱਚ ਪਹਿਲੇ ਇਹ ਕੰਮ ਸ਼ਿਵ ਸ਼ੰਕਰ ਜੀ ਦੀ ਮੂਰਤੀ ਜਿਹੜੀ ਉਹਦੀ ਤੋੜ ਭੰਨ ਕੀਤੀ ਗਈ। ਹੁਣ ਅੱਜ ਜਿਹੜਾ ਕੱਲ ਇੱਥੇ ਸ਼ਾਮ ਨੂੰ ਇਹ ਕੰਮ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਦੇ ਨਾਲ ਕੀਤਾ ਗਿਆ। ਔਰ ਨੋਟਿਸ ਕਰਨ ਵਾਲੀ ਗੱਲ ਇਹ ਹੈ ਕਿ ਦੋਵੇਂ ਦੇ ਦੋਵੇਂ ਕਾਂਡ ਜਿਹੜੇ ਹਿੰਦੂ ਮੰਦਰਾਂ ਦੇ ਵਿੱਚ ਕੀਤੇ ਗਏ ਹੈ ਔਰ ਭਗਵਾਨ ਦੇ ਨਾਲ ਕੀਤੇ ਗਏ ਹੈ। ਮੈਂ ਸਮਝਦੀ ਹਾਂ। ਔਰ ਤੀਸਰਾ ਵਾਕਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਹਿਲੇ ਗਊਆਂ ਵੱਡੀਆਂ, ਫਿਰ ਪਦਰਾਣਾ ਮੰਦਿਰ, ਅੱਜ ਬਡੇਸਰੋਂ ਮੰਦਿਰ। ਔਰ ਮੈਂ ਸਮਝਦੀ ਹਾਂ ਕਿ ਬੜਾ ਮੰਦਭਾਗਾ ਹੈ। ਕੱਲ ਹੀ ਜਿਹੜਾ ਆਮ ਆਦਮੀ ਦੇ ਮੁੱਖ ਮੰਤਰੀ ਨੇ ਟੇਕ ਓਵਰ ਕੀਤਾ ਹੈ, ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਇਹਨਾਂ ਦੋਸ਼ੀਆਂ ਨੂੰ ਜਿਹੜਾ ਤੁਸੀਂ ਫੜੋ। ਅੱਜ ਬਹੁਤ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਆਹਤ ਹੋਈਆਂ। ਇਹਦੇ ਬਾਰੇ ਹੁਣ ਕੱਲ ਆਇਆ ਮੈਸੇਜ ਆਇਆ ਵੀ ਇੱਥੋਂ ਕੱਲ 6:30 ਵਜੇ ਬਾਬਾ ਬਾਲਕ ਨਾਥ ਤੋਂ ਮੂਰਤੀ ਫੁੱਟ ਦੀ ਸੀਗੀ ਉੱਚੀ, ਜਿਹੜੀ ਦੱਸਿਆ ਵੈਸੇ ਉੱਥੇ ਪਈ ਸੀ ਮੰਦਰ ਦੇ ਅੰਦਰ, ਉਹ ਚੱਕ ਕੇ ਲੈ ਗਿਆ। ਇੱਥੇ ਅਸੀਂ ਆ ਕੇ ਦੇਖਿਆ, ਵੈਸੇ ਨਹੀਂ ਕਿਤੇ ਮੜੀ ਹੈਗੀ ਮੂਰਤੀ, ਤੇ ਉਹਦੇ ਬਾਰੇ ਕਰ ਰਹੇ ਹਾਂ। ਜੋ ਕੈਮਰੇ ਵੀ ਹੈਗੇ ਅਸੀਂ ਚੈੱਕ ਕਰ ਰਹੇ ਹਾਂ, ਉਹਨਾਂ ਦੀ ਵੀ ਮਦਦ ਲੈ ਰਹੇ ਹਾਂ। ਬਾਕੀ ਹੋਰ ਵੀ ਅਸੀਂ ਹਰੇਕ ਟੈਕਨੀਕਲ ਐਂਗਲ ਨਾਲ ਅਸੀਂ ਕਰ ਰਹੇ ਹਾਂ। ਇਹਦੇ ਵਿੱਚ ਬਹੁਤ ਢੰਗਾਈ ਨਾਲ ਕਰ ਰਹੇ ਹਾਂ ਤਫਤੀਸ਼, ਜੋ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਅਸੀਂ ਸੱਚ ਸਾਹਮਣੇ ਲਿਆਵਾਂਗੇ। ਚਲੋ ਹਰੇਕ ਨੂੰ ਰੋਸ ਹੁੰਦਾ ਆ, ਲੇਕਿਨ ਕਹਿਣ ਦਾ ਪਤਾ ਅਸੀਂ ਉਸ ਤੋਂ ਪਹਿਲਾਂ ਹੀ ਅਸੀਂ ਸਾਰਾ ਇਹ ਕਲੀਅਰ ਕਰ ਦਿਆਂਗੇ। ਪੂਰੀ ਕੋਸ਼ਿਸ਼ ਹੈ ਸਾਡੀ, ਸਾਰੀ ਟੀਮਾਂ ਲੱਗੀਆਂ, ਅਸੀਂ ਅਲੱਗ-ਅਲੱਗ ਟੀਮਾਂ ਲਾਈਆਂ ਜੋ ਸਾਨੂੰ ਇਸ ਹਿਸਾਬ ਦੀ ਗਾਈਡਲਾਈਨ ਦਿੱਤੀ, ਅਸੀਂ ਉਸ ਹਿਸਾਬ ਨਾਲ ਬਹੁਤ ਢੰਗਾਈ ਨਾਲ ਕਰ ਰਹੇ ਹਾਂ। ਅਸੀਂ ਸ਼ਾਇਦ ਜਲਦੀ ਇਸ ਕੰਮ 'ਚ ਕਾਮਯਾਬ ਹੋਵਾਂਗੇ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਸਾਰੇ ਵਿਧਾਇਕ ਅੱਜ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਪਹੁੰਚੇ ਤੇ ਵਿਧਾਇਕ ਕਾਫੀ ਉਤਸ਼ਾਹਿਤ ਨਜ਼ਰ ਆਏ। ਵਿਧਾਇਕਾਂ ਦੇ ਨਾਲ ਸਾਡੀ ਖਾਸ ਗੱਲਬਾਤ ਹੋਈ। ਉਹਨਾਂ ਕਿਹਾ ਕਿ ਤਨਦੇਹੀ ਨਾਲ ਕੰਮ ਕਰਾਂਗੇ ਤੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ। ਵਿਧਾਇਕਾਂ ਨੇ ਕਿਹਾ ਕਿ ਲੋਕਾਂ ਨੇ ਹੁਣ ਆਪ ਨੂੰ ਮੌਕਾ ਦਿੱਤਾ ਹੈ ਤੇ ਆਪ ਪਾਰਟੀ ਉਹਨਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਦੇਖੋ, ਵੈਸੇ ਤਾਂ ਇਹ ਵੀ ਪਿਛਲੇ 32 ਸਾਲ ਤੋਂ ਜੋ ਵੀ ਸਮਾਜ ਦੀਆਂ ਜ਼ਿੰਮੇਵਾਰੀਆਂ ਨਹੀਂ ਵੀ ਬਣਦੀਆਂ ਸੀ ਉਹ ਵੀ ਨਿਭਾਉਂਦੇ ਰਹੇ ਹਾਂ, ਪਰ ਅੱਜ ਸਹੁੰ ਚੁੱਕੀ ਹੈ ਜਿਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ। ਉਹ 5 ਸਾਲ ਕੰਮ ਕਰਾਂਗੇ ਲੋਕਾਂ ਦਾ, ਜਿੱਥੇ ਵੀ ਪਾਰਟੀ ਸੇਵਾ ਦੇਊਗੀ, ਹਲਕਿਆਂ ਦੇ ਵਿੱਚ ਕੰਮ ਕਰਨ ਨੂੰ ਕਹੂਗੀ ਜਾਂ ਹੋਰ ਵੀ ਜਿੱਥੇ ਕਿਤੇ ਵੀ ਲੋੜ ਪਊਗੀ ਪਾਰਟੀ ਡਿਊਟੀ ਲਾਊਗੀ, ਕਿਉਂਕਿ ਪੰਜਾਬ ਬਚਾਉਣ ਦੀ ਜ਼ਿੰਮੇਵਾਰੀ ਆ। ਉਹ ਸਾਡੇ ਸਾਥੀ ਰਹਿ ਗਏ ਆ, ਉਹਨਾਂ ਦੀ ਵੀ ਸਪੋਰਟ ਕਰਾਂਗੇ ਉੱਥੇ ਜਾ ਕੇ, ਕਿਉਂਕਿ ਪੂਰੇ ਪੰਜਾਬ ਨੂੰ ਬਚਾਉਣਾ। ਸੋ ਇਸ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। 5 ਸਾਲ ਮਾਨ ਸਾਹਿਬ ਨੇ ਕਿਹਾ ਸੀ ਕਿ ਧੱਕਾ ਨਹੀਂ ਕਰਾਂਗੇ, ਵੈਂਡੇਟਾ ਪੋਲਿਟਿਕਸ ਕਿਤੇ ਨਾ ਕਿਤੇ ਨਹੀਂ ਕਰਾਂਗੇ। ਬਿਲਕੁਲ ਜੀ, ਬਿਲਕੁਲ ਸਾਰੇ ਪੰਜਾਬ ਦੇ ਬਣੇ ਆ। ਫਰੀਦਕੋਟ ਦੇ ਵਿੱਚ ਮੈਂ ਪਹਿਲੇ ਦਿਨ ਹੀ ਅਨਾਉਂਸ ਕੀਤਾ ਸੀ ਕਿ ਯਾਰ ਮੈਂ ਫਰੀਦਕੋਟ ਦਾ ਐਮਐਲਏ ਅੱਜ ਤੋਂ, ਕਿਉਂਕਿ ਮੇਰੇ ਨਾਂ ਨਾਲ ਐਮਐਲਏ ਫਰੀਦਕੋਟ ਲੱਗਦਾ ਹੈ। ਮੈਂ ਕਿਸੇ ਪਾਰਟੀ ਦਾ ਨਹੀਂ, ਆਪਾਂ ਸਾਰਿਆਂ ਨੇ ਰਲ ਕੇ ਜਿਹੜੇ ਮੇਰੇ ਵਲੰਟੀਅਰ ਆ ਉਹ ਮੇਰਾ ਸਾਥ ਦਿਓ, ਜਿਵੇਂ ਮੈਨੂੰ ਜਿਤਾਉਣ 'ਚ ਸਾਥ ਦਿੱਤਾ ਔਰ ਮੈਨੂੰ ਕਾਮਯਾਬ ਕਰਨ 'ਚ ਵੀ ਸਾਥ ਦਿਓ। ਸਰਕਾਰ ਦੇ ਅਧੂਰੇ ਪਏ ਹੁਣ ਮਤਲਬ ਨੌਕਰੀਆਂ ਤੋਂ ਲੈ ਕੇ ਪੰਜਾਬ 'ਚੋਂ ਨਸ਼ਾ ਖਤਮ ਕਰਨ ਤੋਂ ਲੈ ਕੇ ਇੱਕ ਤੋਂ ਇੱਕ ਮਸਲਾ ਅਧੂਰਾ ਛੱਡਿਆ ਹੋਵੇ ਤਾਂ ਚੁਣੌਤੀਆਂ ਭਰਿਆ ਤਾਂ ਹੁੰਦਾ ਆ। ਪਰ ਇੱਕ ਗੱਲ ਜ਼ਰੂਰ ਹੈ, ਜਦੋਂ ਕਿਸੇ ਸਰਕਾਰ ਦੀ ਇੰਟੈਂਸ਼ਨ ਕੰਮ ਕਰਨ ਵਾਲੀ ਹੋਵੇ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾ। ਹੁਣ ਮੰਤਰੀ ਮੰਡਲ ਦਾ ਗਠਨ ਕਿਦੋਂ ਹੁੰਦਾ ਹੈ? ਇਹ ਬੜੀ ਜਲਦੀ ਤੁਹਾਨੂੰ ਦੱਸਿਆ ਜਾਊਗਾ। ਮੇਰੇ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗ ਜਾਣਾ। ਮੇਰੇ ਸਾਰੇ ਵਿਧਾਇਕਾਂ ਨੂੰ ਅੱਜ ਸ਼ੁਭ ਕਾਮਨਾਵਾਂ। ਉਹ ਨਵੇਂ ਚੁਣ ਕੇ ਆਏ ਆ, ਲੋਕਾਂ ਨੇ ਉਹਨਾਂ ਤੇ ਮਾਣ ਬਖਸ਼ਿਸ਼ ਕੀਤਾ ਤੇ ਹੁਣ ਉਹਨਾਂ ਤੇ ਇੱਕ ਆਸ ਵੀ ਹੈ ਕਿ ਉਹ ਵਧੀਆ ਤੋਂ ਵਧੀਆ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ। ਅੱਜ ਵੱਡੇ ਵੱਡੇ ਦਿੱਗਜ ਜਿਹੜੇ ਕਿਤੇ ਨਾ ਕਿਤੇ ਇੱਥੇ ਦਿਖਦੇ ਸੀ ਨਹੀਂ ਨਜ਼ਰ ਆਏ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਦੇਖੋ ਜੀ, ਇਹ ਜਨਤਾ ਨੇ ਦੱਸਤਾ ਵੀ ਜਿਹਨੂੰ ਤੁਸੀਂ ਦਿੱਗਜ ਕਹਿੰਦੇ ਆ ਉਹਨਾਂ ਦੀ ਨਜ਼ਰ 'ਚ ਵੀ ਉਹ ਆਮ ਲੋਕ ਹੀ ਆ, ਉਹ ਵੀ ਜਿੱਤਦੇ ਤੇ ਹਾਰਦੇ ਆ। ਇਹ ਜਿਹੜੀ ਵਿਧਾਨ ਸਭਾ ਇਹ ਕਿਸੇ ਦੀ ਕੋਈ ਜੱਦੀ ਪੁਸ਼ਤੀ ਜਾਇਦਾਦ ਨਹੀਂ। ਜਿਹੜਾ ਕੰਮ ਕਰੇਗਾ ਉਹ ਇੱਥੇ ਬਾਰ-ਬਾਰ ਆ ਜਾਏਗਾ, ਜਿਹੜਾ ਨਹੀਂ ਕਰੇਗਾ ਉਹਨੂੰ ਲੋਕ ਨਕਾਰ ਦੇਣਗੇ। 100% ਜੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਅਸੀਂ ਵਿਰੋਧੀ ਧਿਰ ਦਾ ਫਰਜ਼ ਨਿਭਾਉਂਦੇ ਹੋਏ ਸਰਕਾਰ ਤੋਂ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਜਨਤਾ ਦੇ ਨਾਲ ਉਹਨਾਂ ਨੂੰ ਪੂਰੇ ਕਰਾਈਏ। ਉਹਦੀ ਲੜਾਈ ਲੜਾਂਗੇ, ਉਹਦੀ ਬੇਸ਼ੱਕ ਉਹ ਪਿਆਰ ਨਾਲ ਹੋਵੇ, ਬੇਸ਼ੱਕ ਉਹ ਜ਼ਮੀਨੀ ਸਤਰ ਤੇ ਹੋਵੇ, ਸਾਡਾ ਉਹ ਫਰਜ਼ ਬਣਦਾ, ਉਹ ਅਸੀਂ ਨਿਭਾਵਾਂਗੇ। ਜਿਹੜੇ ਬੜਾ ਅੱਛਾ ਲੱਗਿਆ ਜੇ ਸਹੁੰ ਚੱਕ ਲਈ ਹੈ ਔਰ ਪੰਜਾਬ ਦੇ ਜਿਹੜੇ ਸੁਪਨਿਆਂ ਬਾਰੇ ਲੰਮਾ ਸਮੇਂ ਤੋਂ ਸੋਚਦੇ ਸੀ। ਆਮ ਆਦਮੀ ਪਾਰਟੀ 'ਚ ਨਾਅਰਾ ਲਾਉਂਦੇ ਸੀ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਹੁਣ ਉਹ ਸਮਾਂ ਆ ਗਿਆ, ਹੁਣ ਇੱਕ ਇੱਕ ਭਗਤ ਸਿੰਘ ਹੋਰਾਂ ਦੀ ਜਿਹੜੀ ਸੋਚ ਸੀਗੀ, ਉਮੀਦ ਸੀਗੀ, ਉਹਦੇ ਤੇ ਖਰਾ ਉਤਰਾਂਗੇ। ਪੰਜਾਬ ਦੇ ਲੋਕਾਂ ਲਈ ਕੰਮ ਕਰਾਂਗੇ ਔਰ ਮੁੱਢਲੀਆਂ ਸਹੂਲਤਾਂ, ਚਾਹੇ ਉਹ ਪੀਣ ਵਾਲਾ ਪਾਣੀ ਹੈ, ਚਾਹੇ ਉਹ ਸਿੱਖਿਆ, ਚਾਹੇ ਉਹ ਸਿਹਤ ਹੈ, ਚਾਹੇ ਉਹ ਸੜਕਾਂ ਨੇ, ਚਾਹੇ ਉਹ ਵਾਤਾਵਰਨ ਹੈ, ਜਿਹੜਾ ਲਾਅ ਆਫ ਨੇਚਰ ਹੈ, ਕੁਦਰਤ ਦਾ ਕਾਨੂੰਨ ਹੈ, ਜਿਹੜਾ ਉਹਨਾਂ ਨੇ ਡਿਸਟਰਬ ਕੀਤਾ ਪਿਆ ਸੀ, ਉਹ ਸਾਰਾ ਠੀਕ ਕਰਾਂਗੇ।
ਭਗਤ ਸਿੰਘ ਦੀ ਸੋਚ ਤੇ ਵੀ ਪਹਿਰਾ ਦੇਵਾਂਗੇ। ਜੋ ਮਾਨ ਸਾਹਿਬ ਦੀ ਸੋਚ ਆ, ਉਹਦੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਆ, ਜੋ ਸਾਰੇ ਪੰਜਾਬੀਆਂ ਦੀ ਸੋਚ ਆ, ਸਾਰਿਆਂ ਦੇ ਪਹਿਰਾ ਦੇਵਾਂਗੇ। ਕਿਸ ਤਰ੍ਹਾਂ ਦੀਆਂ ਚੁਣੌਤੀਆਂ ਰਹਿਣਗੀਆਂ, ਕਿਉਂਕਿ ਸੱਤਾ ਪਕਸ਼ ਹੋ ਗਈ, ਸੱਤਾ ਵਾਸਤੇ ਵੱਡੀਆਂ ਚੁਣੌਤੀਆਂ ਹੁੰਦੀਆਂ, ਕਿਉਂਕਿ ਵਾਅਦੇ ਬੜੇ ਵੱਡੇ ਕੀਤੇ ਹੋਏ ਜਨਤਾ ਨਾਲ। ਦੇਖੋ ਜੀ, ਅਸੀਂ ਗਰਾਊਂਡ ਦੇ ਵਿੱਚ ਅੱਜ ਪੈਰ ਪਾਇਆ ਜੇ, ਤੇ ਕੋਈ ਗੱਲ ਨਹੀਂ, ਜਿਹੜਾ ਵਧੀਆ ਹੋਏਗਾ, ਜੋ ਜਿਸ ਨਿਸ਼ਚਾ ਦੇ ਨਾਲ, ਜਿਸ ਮਨਸਾ ਦੇ ਨਾਲ, ਜਿਸ ਕਹਿ ਸਕਦੇ ਆਸ ਦੇ ਨਾਲ ਲੋਕਾਂ ਨੇ ਚੁਣ ਕੇ ਭੇਜਿਆ, ਉਹਨਾਂ ਆਸਾਂ ਦੇ ਖਰੇ ਉਤਰਾਂਗੇ। ਆਮ ਜਨਤਾ ਨੇ ਲਿਆ, ਜਿਸ ਮਨੋਰਥ ਦੇ ਨਾਲ ਆਮ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਆਗੇ ਲਿਆਂਦਾ, ਉਸ ਮਨੋਰਥ ਨੂੰ ਅਸੀਂ ਪੂਰਾ ਕਰਨਾ ਹੈ। ਵੱਡੇ ਦਿੱਗਜ ਇਸੇ ਵਿਧਾਨ ਸਭਾ 'ਚ ਦਿਖਦੇ ਸੀ, ਉਹ ਨਹੀਂ, ਦੇਖੋ ਉਹ ਦਿੱਗਜ ਸੀਗੇ ਨਹੀਂ ਜੀ, ਉਹਨਾਂ ਨੇ ਆਪਣੇ ਆਪ ਨੂੰ ਦਿੱਗਜ ਬਣਾ ਲਿਆ ਸੀ। ਦੇਖੋ ਜਨਤਾ ਨੂੰ ਤੁਸੀਂ ਦੇਖੋਗੇ ਨਾ, ਜਦੋਂ ਉਹ ਭੇਜਦੇ ਨੇ, ਆਮ ਜਨਤਾ ਜਦੋਂ ਕਿਸੇ ਨੂੰ ਵਿਧਾਨ ਸਭਾ ਦੇ ਵਿੱਚ ਭੇਜਦੀ ਹੈ ਨਾ ਜੀ, ਤਾਂ ਕੁਝ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਇਹ ਬੰਦਾ ਜਾ ਰਿਹਾ ਹੈ ਨਾ ਤੇ ਇੱਕ ਪ੍ਰਤੀਨਿਧੀ ਦੇ ਰੂਪ ਦੇ ਵਿੱਚ ਕੰਮ ਕਰੂਗਾ, ਲੇਕਿਨ ਇੱਥੇ ਆ ਕੇ ਉਹ ਮਾਲਿਕ ਬਣ ਜਾਂਦੇ। ਲੇਕਿਨ ਬਣਾਉਣ ਵਾਲੀ ਜਨਤਾ ਹੁੰਦੀ ਹੈ ਤੇ ਦੇਖੋ ਡਿਗਾਉਣ ਵਾਲੀ ਵੀ ਜਨਤਾ ਹੁੰਦੀ ਹੈ। ਤਾਂ ਕਦੇ ਵੀ ਪੋਲੀਟੀਸ਼ੀਅਨ ਨੂੰ ਜਾਂ ਅਫਸਰ ਨੂੰ ਮਾਲਿਕ ਨਹੀਂ ਬਣਨਾ ਚਾਹੀਦਾ ਹੈ। ਕਿਉਂ? ਕਿਉਂਕਿ ਇਹ ਸਾਰੇ ਪਬਲਿਕ ਸਰਵੈਂਟ ਹੁੰਦੇ ਨੇ। ਪਬਲਿਕ ਸਰਵੈਂਟ ਨੂੰ ਹਮੇਸ਼ਾ ਸਰਵੈਂਟ ਦੇ ਰੂਪ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ, ਸੇਵਕ ਦੇ ਰੂਪ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ, ਕਦੇ ਵੀ ਮਾਲਿਕ ਨਹੀਂ ਬਣਨਾ ਚਾਹੀਦਾ ਹੈ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਆਮ ਜਨਤਾ ਮਾਲਿਕ ਹੁੰਦੀ ਹੈ। ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ ਕਿ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੱਤਾ ਜਾਊਗਾ, ਉਹਨਾਂ ਦੇ ਸੁਪਨੇ ਦਾ ਪੰਜਾਬ ਬਣੂਗਾ। ਨਹੀਂ, ਦੇਖੋ 74 ਸਾਲ ਹੋ ਗਏ ਆਜ਼ਾਦੀ ਦੇ, ਤੇ ਜਿਸ ਕਰਕੇ ਉਹਨਾਂ ਸ਼ਹੀਦਾਂ ਨੇ ਸ਼ਹਾਦਤ ਦਿੱਤੀ, ਕੁਰਬਾਨੀ ਦਿੱਤੀ, ਜੋ ਉਹਨਾਂ ਦਾ ਸੁਪਨਾ ਸੀ, ਜਿਸ ਭਾਰਤ ਨੂੰ ਉਹ ਵੇਖਣਾ ਚਾਹੁੰਦੇ ਸੀ, ਉਹ ਭਾਰਤ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ। ਤੇ ਸਾਡਾ ਇਹੀ ਪ੍ਰਯਾਸ ਰਹੂਗਾ ਕਿ ਜੋ ਸਾਡੇ ਸ਼ਹੀਦ ਨੇ, ਸਾਡੇ ਸ਼ਹੀਦੀ ਦੇ ਸੂਰਮੇ ਨੇ, ਉਹਨਾਂ ਦੇ ਸੁਪਨਿਆਂ ਨੂੰ ਅਸੀਂ ਸਾਕਾਰ ਕਰੀਏ। ਅਸੀਂ ਵੀ ਜਦੋਂ ਮੈਂ 2002 'ਚ ਬਣਿਆ, ਮੈਂ ਵੀ ਨਵਾਂ ਹੀ ਬਣਿਆ ਸੀ। ਇਹ ਕਰਕੇ ਜਿਉਂ ਐਕਸਪੀਰੀਅੰਸ ਵੱਧਦਾ, ਲੋਕਾਂ ਦਾ ਐਕਸਪੋਜ਼ਰ ਵੱਧਦਾ, ਵਧੀਆ ਤਰੀਕੇ ਦੇ ਨਾਲ ਪਰਫਾਰਮ ਕਰਦੇ। ਨਹੀਂ, ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਐਜ਼ ਅ? ਉਹਨਾਂ ਨੂੰ ਕਹਾਂਗੇ ਕਿ ਜਿਹੜੀ ਹੈ ਕਿ ਥੋੜ੍ਹਾ ਜਿਹਾ ਲੋਕਾਂ ਦੇ ਲਈ ਜੇ ਧਿਆਨ ਦੇਵਾਂਗੇ, ਜਿਹੜੇ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਾਡੀਆਂ ਡਿਬੇਟਸ ਪਈਆਂ ਨੇ, ਜੇ ਕਿਤੇ ਉਹਨਾਂ ਨੂੰ ਪੜ੍ਹਿਆ ਜਾਏ, ਸਾਡਾ ਇਹ 97 ਤੋਂ ਪਹਿਲੀਆਂ ਨੂੰ ਜਿਹੜੀਆਂ ਨੇ, ਉਹਨਾਂ ਨੂੰ ਜੇ ਕਿਤੇ ਪੜ੍ਹਿਆ ਜਾਏ ਤੇ ਮੇਰਾ ਖਿਆਲ ਕਿ ਬਹੁਤ ਉਹਦੇ 'ਚ ਕੋਲ ਮਿਲ ਜਾਏਗਾ। ਜਿਹੜੀ ਆਪਾਂ ਜੁਆਇੰਟ ਪੰਜਾਬ ਦੀ ਖਾਸ ਕਰਕੇ, ਔਰ ਉਹਦੇ ਬਾਅਦ 80 ਤੱਕ ਜਿਹੜੀਆਂ ਡਿਬੇਟਸ ਨੇ, ਕਦੀ ਤੁਸੀਂ ਵੀ ਪੱਤਰਕਾਰ ਹੋ, ਤੁਸੀਂ ਵੀ ਉਹਨਾਂ ਡਿਬੇਟਸ ਨੂੰ ਪੜ੍ਹੋ ਤੇ ਪਤਾ ਲੱਗੇਗਾ ਕਿ ਉਹ ਕਿਸ ਲੈਵਲ ਦੇ ਲੀਡਰ ਸੀਗੇ, ਕਿਸ ਲੈਵਲ ਦੇ ਐਮਐਲਏ ਸੀਗੇ। ਅਮਰਗੜ੍ਹ ਦੇ ਵਿਸ਼ੇਸ਼ ਤੌਰ ਤੇ ਪੰਜਾਬ ਦੀ ਜਨਤਾ ਦਾ ਅਸੀਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਨਵੀਂ ਵਿਧਾਨ ਸਭਾ 22ਵੀਂ ਦੇ ਵਿੱਚ ਚੁਣਿਆ, ਤੇ ਅਸੀਂ ਆਉਣ ਵਾਲੇ ਸਮੇਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ, ਯਤਨ ਕਰਾਂਗੇ ਵੀ ਇੱਕ ਨਰੋਆ ਤੇ ਚੰਗਾ ਪੰਜਾਬ ਸਿਰਜੀ। ਅੱਛਾ ਲੱਗਿਆ ਜੀ, ਇਟ ਵਾਜ਼ ਅ ਨਿਊ ਐਕਸਪੀਰੀਅੰਸ, ਤੇ ਨਾਲ ਹੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਅੱਜ ਸ਼ੁਰੂ ਹੋਈ ਹੈ। ਤੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਅਰਦਾਸ ਜੋ ਬੜੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਮਤ ਬਖਸ਼ੇ, ਹਿੰਮਤ ਬਖਸ਼ੇ ਕਿ ਜਿਸ ਕਾਰਜ ਵਾਸਤੇ ਇੱਥੇ ਆਏ ਹਾਂ ਉਹਨੂੰ ਨੇਪਰੇ ਚੜ੍ਹਾ ਸਕੇ। ਅਗਲਾ ਕਦਮ ਕੀ ਰਹੇਗਾ ਸਰਕਾਰ ਵੱਲੋਂ? ਬਸ ਹੁਣ ਜਿਹੜਾ ਹੈ ਵਾਪਸ ਜਾਵਾਂਗੇ ਲੋਕਾਂ ਕੋਲ, ਆਪਣੇ ਪਟਿਆਲੇ ਸ਼ਹਿਰ ਜਾਵਾਂਗੇ, ਆਪਣੇ ਪਟਿਆਲੀਆਂ ਕੋਲ ਜਾਵਾਂਗੇ, ਉਹਨਾਂ ਦੇ ਵਿੱਚ ਬੈਠ ਕੇ ਪਟਿਆਲੇ ਸ਼ਹਿਰ ਦੀ ਜਿਹੜੀ ਹੈ ਤਰੱਕੀ ਕਰਾਂਗੇ ਜੀ। ਉਹਨਾਂ ਦੇ ਸੁੱਖ ਦੁੱਖ ਦੇ ਵਿੱਚ ਜਿਹੜਾ ਹੈ ਸਹਾਈ ਹੋਵਾਂਗੇ, ਅਸੀਂ ਨਾਲ ਜਾਵਾਂਗੇ। ਇਹ ਚੰਗੀ ਗੱਲ ਹੈਗੀ ਆ। ਦੇਖੋ ਸਾਰੇ ਜਿੰਨੇ ਵਿਧਾਇਕ ਹੈਗੇ ਉਹਨਾਂ ਨੇ ਸਹੁੰ ਚੁੱਕੀ ਆ, ਹੌਲੀ ਹੌਲੀ ਕੰਮ ਸਿੱਖਣਗੇ। ਔਰ ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜੀ ਆ ਵਿਧਾਇਕਾਂ ਦੀ ਕੁਝ ਟ੍ਰੇਨਿੰਗ ਵੀ ਹੋ ਜਾਣੀ ਚਾਹੀਦੀ ਹੈ, ਤਾਂ ਕਿ ਕਈ ਚੀਜ਼ਾਂ ਨਵੇਂ ਨੂੰ ਨਹੀਂ ਸਮਝ ਆਉਂਦੀਆਂ। ਤੇ ਮੈਨੂੰ ਲੱਗਦਾ ਸਾਨੂੰ ਉਸ ਪ੍ਰਕਿਰਿਆ ਬਾਰੇ ਕੋਈ 5-7-10 ਦਿਨ ਦਾ ਜਿਹੜਾ ਕੋਰਸ ਵੀ ਕਰਾਉਣਾ ਚਾਹੀਦਾ। ਮੈਂ ਤਾਂ ਸਪੀਕਰ ਸਾਹਿਬ ਨੂੰ ਵੀ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਇਹ ਗੱਲ ਕਹੂੰਗਾ। ਜਿਹੜੀ ਲੋਕਾਂ ਨੇ ਪਾਵਰ ਦਿੱਤੀ ਹੈ ਜੀ 117 ਐਮਐਲਏ ਨੂੰ, ਅੱਜ ਤਾਂ ਉਸ ਪਾਵਰ ਦੀ ਰਜਿਸਟ੍ਰੇਸ਼ਨ ਸੀਗੀ, ਸਹੁੰ ਚੁਕਾਈ ਸੀਗੀ, ਤੇ ਮੈਂ ਸਮਝਦਾ ਕਿ ਇਹ ਪਹਿਲਾ ਸਟੈਪ ਸੀਗਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਪਾਵਰ ਦੇ ਨਾਲ ਲੋਕਾਂ ਦੇ ਮੁੱਦੇ ਮਸਲੇ ਹੱਲ ਕਰਦੇ ਹੋਏ ਤੁਹਾਨੂੰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨਜ਼ਰ ਆਊਗੀ। ਅੱਜ ਕੀ ਐਲਾਨ ਕਰਦੇ ਨੇ ਜੀ? ਅੱਜ ਕੋਈ ਐਲਾਨ ਨਹੀਂ ਸੀਗਾ ਜੀ, ਸਿਰਫ ਸਹੁੰ ਚੁਕਾਈ ਦਾ ਪ੍ਰੋਗਰਾਮ ਸੀਗਾ। ਜਿਹੜਾ ਬਾਅਦ ਚ ਐਲਾਨ ਕਰਨਾ ਭਗਵੰਤ ਮਾਨ ਸਾਹਿਬ, ਉਹ ਤਾਂ ਫਿਰ ਬਾਅਦ ਦੇ ਵਿੱਚ ਦਾ ਵਾਲਾ ਕੰਮ ਤਾਂ ਬਾਅਦ ਚ ਮਾਨ ਸਾਹਿਬ ਹੀ ਦੱਸਣਗੇ ਜੀ। ਉਹਨਾਂ ਦਾ, ਮੈਂ ਪਾਰਟੀ ਦਾ ਡਿਸਪਲਿਨ ਸੋਲਜਰ ਹਾਂ ਜੀ, ਮੈਂ ਕਦੇ ਆਪਦੀ ਲਾਈਨ ਨਹੀਂ ਕ੍ਰਾਸ ਕਰਦਾ ਹੈਗਾ। ਜਦੋਂ ਸਾਡੇ ਮਾਣਯੋਗ ਪੰਜਾਬ ਦੀ ਆਨ ਬਾਨ ਸ਼ਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਦੋਂ ਉਹਨਾਂ ਨੇ ਕੋਈ ਅਨਾਉਂਸਮੈਂਟ ਕਰਨੀ ਹੈ ਤੇ ਉਹਨਾਂ ਦੇ ਮੂੰਹੋਂ ਹੀ ਚੰਗੀ ਲੱਗਦੀ ਹੈ, ਮੇਰੇ ਤੋਂ ਕਾਹਨੂੰ ਪੁੱਛਦੇ ਹੋ। ਅਮਨ ਜੀ, ਪਿਛਲੀ ਵਾਰ ਤੁਸੀਂ 20 ਜਾਣੇ ਸੀਗੇ, ਪਰ ਲਾਸਟ ਜਾਂਦੇ ਬਹੁਤ ਘੱਟ ਰਹਿ ਗਏ ਸੀਗੇ, ਟੁੱਟ-ਪੁੱਟ ਹੋ ਗਈ ਸੀ। ਇਸ ਵਾਰ 92 ਸੰਭਾਲ ਲਓਗੇ? ਜਿੰਨੇ ਕੁ ਰਹਿ ਗਏ ਸੀਗੇ ਉਹ ਸਾਰੇ ਦੇ ਸਾਰੇ ਇਸ ਵਿਧਾਨ ਸਭਾ ਦੇ ਵਿੱਚ ਮੁੜ ਕੇ ਆ ਗਏ, ਜਿਹੜੇ ਭੱਜ ਗਏ ਸੀਗੇ ਉਹ ਨਿਬੜ ਗਏ। ਨਵਿਆਂ ਨੂੰ ਫਿਰ ਸੰਭਾਲ ਲਓਗੇ ਇਸ ਵਾਰ? ਮੈਂ ਕਹਿੰਦਾ ਇਹਨਾਂ ਨੇ ਨਵਿਆਂ ਨਹੀਂ ਪੰਜਾਬ ਸੰਭਾਲਣਾ, ਦੇਖਦੇ ਚੱਲੋ।
ਕਾਂਗਰਸ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਦੂਜਾ ਮੌਕਾ ਤਾਂ ਮੰਗ ਰਹੀ ਹੈ, ਪਰ ਦੂਜੇ ਮੌਕੇ ਦੀ ਗੱਲ ਕਰ ਰਹੀ ਹੈ ਰਿਪੀਟ ਕਰਨ ਦੀ, ਪਰ ਇਸ ਵਾਰੀ ਉਹਨਾਂ ਤੋਂ 5 ਸਾਲ ਲੱਗਦਾ ਨਹੀਂ ਚੱਲ ਜੂਗੀ, ਸੰਭਲ ਜੂਗੀ ਸਰਕਾਰ। ਚਲੋ ਉਹਨਾਂ ਨੇ ਸੰਭਾਲਿਆ, ਉਹਨਾਂ ਨੂੰ 77 ਮਿਲੀਆਂ ਸੀਗੀਆਂ, 77 ਮਿਲੀਆਂ ਸੀ ਉਹਨਾਂ ਨੂੰ, ਤੇ ਉਹ 18 ਤੇ ਸਿਮਟ ਗਏ। ਇਸ ਕਰਕੇ ਉਹਨਾਂ ਨੂੰ ਕਹੋ ਕਿ ਤੁਸੀਂ ਜਿਹੋ ਜੀ ਸਰਕਾਰ ਦੇਣੀ ਸੀਗੀ, ਗਵਰਨੈਂਸ ਦੇਣੀ ਸੀਗੀ, ਉਹ ਦੇਤੀ ਪੰਜਾਬ ਦੇ ਲੋਕਾਂ ਨੂੰ, ਤੇ ਪੰਜਾਬ ਦੇ ਲੋਕਾਂ ਨੇ ਹੂੰਝ ਕੇ ਸਿੱਟ ਦਿੱਤਾ। ਸੋ ਕਿਰਪਾ ਕਰਕੇ ਉਹ ਥੋੜਾ ਜਿਹਾ ਸਾਨੂੰ ਸਮਾਂ ਦੇਣ। ਇਹ ਜਿਹਾ ਸਰਕਾਰ ਵੀ ਨਹੀਂ ਪ੍ਰੋਪਰ ਬਣੀ ਹੈਗੀ। ਜਿੱਦੇ ਸਰਕਾਰ ਬਣ ਗਈ ਪਹਿਲੇ ਦਿਨ ਤੋਂ ਸਰਕਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਕਰਦੀ ਤੁਹਾਨੂੰ ਨਜ਼ਰ ਆਏਗੀ। ਦੇਖੋ ਜੀ, ਇਹ ਮੇਰੇ ਪਹਿਲਾਂ ਤਾਂ ਭਦੌੜ ਦੇ ਲੋਕਾਂ ਦਾ ਦਿੱਤਾ ਹੋਇਆ ਮਾਣ ਹੈ, ਤੇ ਬਾਕੀ ਪੂਰੀ ਆਮ ਆਦਮੀ ਪਾਰਟੀ ਦਾ ਬੜਾ ਸਾਥ ਰਿਹਾ ਮੈਨੂੰ। ਹਰ ਇੱਕ ਜਿਹੜੇ ਸਾਡੇ ਨੁਮਾਇੰਦੇ ਸੀ ਉਹਨਾਂ ਨੇ ਬਕਾਇਦਾ ਫੋਨ ਕਾਲਸ ਕਰਕੇ ਵੀ ਆਪਣੇ ਹਲਕੇ ਦੇ ਵਿੱਚ ਜਿੱਥੇ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਸੀ ਉਹਨਾਂ ਨੂੰ ਸਾਰਿਆਂ ਨੂੰ ਕਹਿ ਕੇ ਜਿਹੜਾ ਮੇਰੇ ਲਈ ਇੱਕ ਵੱਡਾ ਵੋਟ ਪਰਸੈਂਟ ਦਾ ਜਿਹੜਾ ਉਹ ਗੇਨ ਕੀਤਾ। ਇਸ ਕਰਕੇ ਉਹਨਾਂ ਨੇ ਸਾਰਿਆਂ ਨੇ ਆਪਣੇ ਭਰਾ ਨੂੰ ਜਿਹੜਾ ਪਿਆਰ ਦਿੱਤਾ। ਸੋ ਚੰਨੀ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ ਪੂਰਾ ਨਹੀਂ ਕੀਤਾ। ਇਹ ਤੁਸੀਂ ਲਗਾਤਾਰ ਦੋਸ਼ ਤੁਸੀਂ ਵੀ ਲਗਾ ਰਹੇ ਹੋ, ਅਕਾਲੀ ਦਲ ਵੀ ਦੋਸ਼ ਲਗਾ ਰਿਹਾ। ਤੁਸੀਂ ਚੰਨੀ ਸਾਹਿਬ ਨੂੰ ਹਰਾਇਆ ਹੈਗਾ ਵੱਡੀ ਲੀਡ ਦੇ ਨਾਲ, ਉਹ ਵਾਅਦੇ ਤੁਸੀਂ ਹੁਣ ਇੱਕ ਕਰਕੇ ਪੂਰੇ ਕਰੋਗੇ ਜਾਂ ਆਪਣੇ ਨਵੀਆਂ ਜਿਹੜੀਆਂ ਸਕੀਮਾਂ ਲਾਗੂ ਕਰੋਗੇ? ਚੰਨੀ ਸਾਹਿਬ ਦੇ ਵਾਅਦੇ ਤਾਂ ਅਸੀਂ ਕੀ ਪੂਰੇ ਕਰਾਂਗੇ ਜੀ, ਅਸੀਂ ਆਪਣੇ ਜੋ ਲੋਕਾਂ ਦੇ ਨਾਲ ਕਿਹਾ ਲੋਕਾਂ ਨਾਲ ਉਹ ਕਰਾਂਗੇ, ਕਿਉਂਕਿ ਉਹਨਾਂ ਨੇ ਤਾਂ ਸਿਰਫ ਐਲਾਨ ਜੀਤ ਆ, ਤਾਂ ਵੱਡੇ ਐਲਾਨ ਕਰੇ, ਵੱਡੇ ਫਲੈਕਸ ਬੋਰਡ ਲਾਤੇ। ਅਸੀਂ ਤਾਂ ਜੋ ਅਸੀਂ ਲੋਕਾਂ ਨੂੰ ਕਿਹਾ ਪੰਜਾਬ ਦੇ ਨੂੰ ਉਹ ਪੂਰਾ ਕਰਾਂਗੇ, ਤੋਂ ਵੱਧ ਕੇ ਕਰਾਂਗੇ। ਸਹੁੰ ਚੁੱਕ ਸਮਾਗਮ ਦੇ ਪਹਿਲੇ ਦਿਨ ਨਗਰ ਕੌਂਸਲ ਧਰਮਕੋਟ 'ਚ ਤਖਤਾ ਪਲਟਣ ਦੀ ਤਿਆਰੀ। ਮੌਜੂਦਾ ਨਗਰ ਕੌਂਸਲ ਕਾਂਗਰਸੀ ਪ੍ਰਧਾਨ ਨੂੰ ਨਗਰ ਕੌਂਸਲ ਜਾਣ ਤੋਂ ਰੋਕਣ ਲਈ ਭਾਰੀ ਪੁਲਿਸ ਫੋਰਸ ਤੈਨਾਤ। ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨਾਲ ਪੁਲਿਸ ਦੀ ਧੱਕਾ ਮੁੱਕੀ। ਮੌਜੂਦਾ ਨਗਰ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੂੰ ਪੁਲਿਸ ਨੇ ਨਗਰ ਕੌਂਸਲ ਦੇ ਗੇਟ ਤੇ ਰੋਕਣ ਦੀ ਕੀਤੀ ਕੋਸ਼ਿਸ਼। ਪੁਲਿਸ ਰੋਕਦੀ ਰਹੀ। ਪ੍ਰਧਾਨ ਅਤੇ ਸਾਬਕਾ ਵਿਧਾਇਕ ਨੇ ਜ਼ੋਰ ਅਜਮਾਇਸ਼ ਕਰ ਪਹੁੰਚੇ ਮੀਟਿੰਗ ਹਾਲ ਦੇ ਅੰਦਰ। ਮੈਨੂੰ ਰਾਤ ਨੂੰ ਬਹੁਤ ਕੁਝ ਕਿਹਾ, ਮੈਨੂੰ ਹੁਣ ਵੀ ਕਿਹਾ ਜਾ ਰਿਹਾ ਹੈ। ਇਹ ਜਨਾਬ ਤੇ ਮੈਨੂੰ ਇੱਧਰ ਕੈਮਰੇ ਯਾਰ ਵੋਟਾਂ ਦਾ ਮੈਨੂੰ ਮਾਇਨਾ ਪਤਾ ਹੈ। ਇੱਧਰ ਕੈਮਰੇ ਕਰੋ। ਇਹ ਜਨਾਬ ਤੇ ਦਬਾਅ ਪਾਇਆ ਗਿਆ ਵੀ ਪਰਚਾ ਦੇ ਸਾਡੇ ਸਰ ਲੜੀਨਾ ਦਾ ਇਹਨਾਂ ਨੂੰ ਕੰਮ ਨਹੀਂ ਸਰਕਾਰ ਪਰਚਾ ਤੇ ਧਮਕੀ ਦਿੱਤੀ ਇਹ ਜਨਾਬ ਨੇ ਸਰਕਾਰ ਨੂੰ ਵੀਰ ਆ, ਪਰ ਸਾਨੂੰ ਕੋਈ ਨਹੀਂ ਧਮਕੀ ਕੀ ਦਿੱਤੀ ਤੇ ਤੇਰੇ ਤੇ ਨਜਾਇਜ਼ ਪਰਚਾ ਦੇ ਕੇ ਅੰਦਰ ਨਾ ਵੜਿਆ। ਮੇਰੀ ਗੱਲ ਸੁਣੋ, ਕਮਿਸ਼ਨਰ ਸਾਹਿਬ ਵੱਲੋਂ ਤੁਹਾਡੇ ਖਿਲਾਫ ਲਿਖ ਕੇ ਆਇਆ, ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਮਿਸ਼ਨਰ ਨੇ ਤੁਹਾਡੇ ਦਾ ਪਰਚਾ ਕੀ ਦੇਣਾ ਹੈ? ਫਲਸ਼ਾ ਚੋਰੀ ਦਾ ਪਰਚਾ ਮੇਰੇ ਤੇ ਦੇਣਾ ਹੈ। ਮੀਡੀਆ ਆ ਮੀਟਿੰਗ ਹੋ ਚੁੱਕੀ ਹੈ, ਚੋਰੀ ਦਾ ਮੇਰੇ ਤੇ ਪਰਚਾ ਦੇਣਾ ਹੈ। ਪ੍ਰਧਾਨ ਜੀ ਮੀਟਿੰਗ ਹੋ ਚੁੱਕੀ ਆ, ਤੁਸੀਂ ਸਾਰਾ ਲਾਈਵ ਮੀਡੀਆ ਆ ਬਹੁਤ ਹੈ ਨਹੀਂਗਾ। ਆ ਇੰਦਰਪ੍ਰੀਤ ਬੰਟੀ ਖੜਾ ਹੈ, ਇਹ ਮਿਊਨਿਸਪਲ ਕਮੇਟੀ ਧਰਮਕੋਟ ਦਾ ਪ੍ਰਧਾਨ ਸੀ, ਪ੍ਰਧਾਨ ਹੈਗਾ ਰਵਿੰਦਰ ਚਾਵਲਾ ਦੇ ਹੱਕ ਨੇ ਖੜਾ ਵਾ। ਆਜੋ ਐਮਐਲਏ ਸਾਹਿਬ ਮੈਂਬਰ ਪੂਰੇ ਦੇਖੋ। 2/3 ਰਿਜ਼ੋਰਟ ਨੋ ਕੌਨਫੀਡੈਂਸ ਕੀ ਹੁੰਦਾ ਹੈ? ਨੋ ਕੌਨਫੀਡੈਂਸ ਜਦੋਂ ਇੱਕ ਬੰਦਾ ਪਾਉਂਦਾ ਉਹਦੇ ਖਿਲਾਫ 2/3 ਬਹੁਮਤ ਨੇ ਆ ਕੇ ਦੱਸਣਾ ਹੁੰਦਾ ਕਿ ਅਸੀਂ ਜਿਹੜੇ ਆ ਉਹ 2/3 ਬੰਟੀ ਨੂੰ ਲਾਉਣ ਦੇ ਹੱਕ 'ਚ ਆ। 2/3 ਲਈ 13 ਦਾ ਹਾਊਸ ਹੈ। ਸਤਿਕਾਰਯੋਗ ਐਮਐਲਏ ਸਾਹਿਬ ਦਵਿੰਦਰਜੀਤ ਲਾਡੀ ਢੋਸ ਦੀ ਹਜੇ ਵੋਟ ਨਹੀਂ ਬਣੀ, ਕਿਉਂਕਿ ਉਹਨਾਂ ਨੇ ਸੰਵਿਧਾਨ ਦੇ ਮੁਤਾਬਕ oath ਨਹੀਂ ਲਈ, ਸਹੁੰ ਨਹੀਂ ਚੱਕੀ ਗਈ। ਇਸ ਲਈ 13 ਦੇ ਹਾਊਸ ਦੇ ਵਿੱਚੋਂ 9 ਵਿਅਕਤੀ 9 ਕੌਂਸਲਰ ਜਿਹੜੇ 2/3 ਬਹੁਮਤ ਚਾਹੀਦੇ ਸੀ, ਪਰ ਕੋਈ ਵੀ ਹਾਜ਼ਰ ਨਹੀਂ ਹੋਇਆ। ਜੇ ਕੋਈ ਹਾਜ਼ਰ ਹੋਇਆ ਤਾਂ ਗੁਰਵਿੰਦਰ ਚਾਹਲ ਹੋਇਆ, ਉਹਨੇ ਵੀ ਮੇਰੇ ਹੱਕ 'ਚ ਵੋਟ ਪਾਈ ਆ। ਇਸ ਲਈ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ। ਚਾਹੇ ਸਾਨੂੰ ਧਮਕੀਆਂ ਮਿਲ ਰਹੀਆਂ, ਜੇ ਸਾਡਾ ਕੋਈ ਨੁਕਸਾਨ ਹੁੰਦਾ ਵਾ, ਜੇ ਮੌਜੂਦਾ ਸਰਕਾਰ ਨੁਕਸਾਨ ਕਰਦੀ ਉਹ ਜ਼ਿੰਮੇਵਾਰ ਆ। ਜੇ ਪ੍ਰਸ਼ਾਸਨ ਸਾਡੇ ਤੇ ਕੋਈ ਕਾਰਵਾਈ ਵਾਧੂ ਘੱਟ ਨਜਾਇਜ਼ ਕਰਦਾ ਇਹ ਜ਼ਿੰਮੇਵਾਰ ਹੋਊਗਾ। ਮੈਂ ਤਾਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਕਾਰੀ ਦਬਾਅ ਪੈਣਾ ਵਾ। ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੇ ਘਰ ਸੰਗਰੂਰ ਵਿੱਚ ਆਏ, ਜਿੱਥੇ ਸੰਗਰੂਰ ਦੀ ਪੁਲਿਸ ਨੇ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ। ਭਗਵੰਤ ਮਾਨ ਨੇ ਵੀ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ। ਜਿੱਥੇ ਦੇਸ਼ ਭਰ ਦੇ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਧੂਮਧਾਮ ਨਾਲ ਮਨਾਇਆ ਜਾ ਰਿਹਾ, ਉੱਥੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਲਈ ਇਹ ਹੋਲੀ ਵੱਡੀਆਂ ਖੁਸ਼ੀਆਂ ਲੈ ਕੇ ਆਈ, ਕਿਉਂਕਿ ਇੱਕ ਹੋਲੀ ਦੀਆਂ ਖੁਸ਼ੀਆਂ ਤੇ ਦੂਜਾ ਜਿੱਤ ਦਾ ਜਸ਼ਨ। ਰੂਪਨਗਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਦੇ ਵੱਲੋਂ ਆਪਣੇ ਵਰਕਰਾਂ ਦੇ ਨਾਲ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਵਿਧਾਇਕ ਦਿਨੇਸ਼ ਚੱਡਾ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਆਪਾਂ ਇਸ ਰੰਗਾਂ ਦੇ ਤਿਉਹਾਰ ਤੇ ਪ੍ਰਣ ਕਰੀਏ ਕਿ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਬਣਾਉਣ ਦੇ ਲਈ ਆਪਣਾ ਯੋਗਦਾਨ ਪਾ ਕੇ ਸਰਕਾਰ ਦਾ ਸਹਿਯੋਗ ਕਰੀਏ।
ਇਸ ਮੌਕੇ ਆਮ ਲੋਕਾਂ ਨੇ ਵੀ ਆਪ ਦੀ ਸਰਕਾਰ ਤੋਂ ਬਦਲਾਅ ਦੀ ਇੱਛਾ ਜ਼ਾਹਰ ਕੀਤੀ। ਬਿਲਕੁਲ ਜੀ, ਐਤਕੀ ਪੰਜਾਬ ਦੇ ਵਿੱਚ ਜਿਹੜਾ ਹੋਲੀ ਦੇ ਮੌਕੇ ਦੇ ਉੱਪਰ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਦਾ ਰੰਗ ਹੈ ਉਹ ਵੀ ਚੜ੍ਹਿਆ ਹੋਇਆ। ਐਤਕੀ ਪੰਜਾਬ ਦੇ ਵਿੱਚ ਜਿਹੜੇ ਵੱਡਾ ਬਦਲਾਅ ਹੋਇਆ, ਪੰਜਾਬ ਦੇ ਲੋਕਾਂ ਨੇ ਵੱਡਾ ਬਦਲਾਅ ਕੀਤਾ, ਉਹਦਾ ਅਸਰ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਸੋ ਅੱਜ ਦੇ ਇਸ ਮੌਕੇ ਦੇ ਉੱਪਰ ਜਿੱਥੇ ਮੈਂ ਸਭ ਸਾਥੀਆਂ ਨੂੰ, ਸਭ ਹਲਕਾ ਨਿਵਾਸੀਆਂ ਨੂੰ ਤੇ ਸਾਰੇ ਪੰਜਾਬੀਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੰਦਾ, ਉੱਥੇ ਨਾਲ ਹੀ ਸਾਡਾ ਸ਼੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਹੋਲਾ ਮਹੱਲਾ ਉਹ ਵੀ ਸਾਰੀ ਦੁਨੀਆ ਦੇ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ, ਉਹ ਵੀ ਸ਼ੁਰੂ ਹੋ ਚੁੱਕਿਆ। ਉਹਦੀਆਂ ਵੀ ਸਭ ਨੂੰ ਨਾਲ ਹੀ ਮੁਬਾਰਕਾਂ। ਹਾਂਜੀ, ਇੱਕ ਤਾਂ ਸਾਨੂੰ ਜਿਹੜਾ ਪੰਜਾਬ ਜਿਵੇਂ ਪਹਿਲੇ ਦੱਸ ਕੇ ਹਟਿਆ ਕਿ ਬਦਲਾਅ ਪੰਜਾਬ ਦੇ ਵਿੱਚ ਹੋਇਆ, ਸੋ ਬਦਲਾਅ ਦੇ ਨਾਲ ਪੰਜਾਬ ਦੇ ਵਿੱਚ ਕੁਝ ਨਵੀਆਂ ਚੀਜ਼ਾਂ ਹੋਣ ਵਾਲੀਆਂ, ਲੋਕਾਂ ਦੇ ਲਈ ਨਵੇਂ ਫੈਸਲੇ ਹੋਣ ਵਾਲੇ ਆ। ਸੋ ਇਸ ਮੌਕੇ ਦੇ ਉੱਪਰ ਅਸੀਂ ਵੀ ਇਹ ਜਿਹੜੀ ਕਮਿਟਮੈਂਟ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਮਿਹਨਤ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜਿਹੜੇ ਉਹ ਖੁਸ਼ੀਆਂ ਦੇ ਰੰਗ ਭਰਨ ਦੀ ਕੋਸ਼ਿਸ਼ ਕਰਾਂਗੇ, ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖੁਸ਼ਹਾਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਮੌਕੇ ਦੇ ਉੱਪਰ। ਜਿਵੇਂ ਬਹੁਤ ਵਧੀਆ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਾਰੇ ਅਧਿਕਾਰੀ ਜਾਂ ਸਾਰੇ ਮੁਲਾਜ਼ਮ ਹੈ ਉਹ ਭ੍ਰਿਸ਼ਟ ਨਹੀਂ ਹੈ, ਪਰ ਜਿਹੜੇ ਕੁਝ ਚੰਦ ਭ੍ਰਿਸ਼ਟ ਅਧਿਕਾਰੀ ਹੈ ਜਾਂ ਚੰਦ ਭ੍ਰਿਸ਼ਟ ਮੁਲਾਜ਼ਮ ਹੈ ਜਾਂ ਚੰਦ ਜਿਹੜੇ ਭ੍ਰਿਸ਼ਟ ਹੋਰ ਸਿਆਸਤਦਾਨ ਨੇ, ਉਹ ਜਿਹੜਾ ਸਾਰਿਆਂ ਨੂੰ ਬਦਨਾਮ ਵੀ ਕਰਦੇ ਨੇ ਤੇ ਸਾਰੇ ਪੰਜਾਬ ਨੂੰ ਤੰਗ ਵੀ ਕਰਕੇ ਰੱਖਿਆ ਹੋਇਆ। ਸੋ ਅੱਜ ਮਾਨ ਸਾਹਿਬ ਨੇ ਕਲੀਅਰ ਕੱਟ ਸੁਨੇਹਾ ਦੇ ਦਿੱਤਾ ਕਿ ਹੁਣ ਐਸੇ ਲੋਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜਿੱਥੇ ਵੀ ਕੋਈ ਲੋਕਾਂ ਨੂੰ ਲੱਗਦਾ ਐਸਾ ਜਿਹੜਾ ਅਧਿਕਾਰੀ ਜਾਂ ਐਸਾ ਮੁਲਾਜ਼ਮ ਲੋਕਾਂ ਨੂੰ ਤੰਗ ਕਰ ਰਿਹਾ ਤਾਂ ਉਹਦੀ ਸੂਚਨਾ ਮੁੱਖ ਮੰਤਰੀ ਸਾਹਿਬ ਦੇ ਨੰਬਰ ਤੇ ਜਿਹੜੀ ਦਿੱਤੀ ਜਾ ਸਕਦੀ ਹੈ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹਿਲੀ ਵਾਰ ਸੰਗਰੂਰ ਵਿਖੇ ਆਪਣੇ ਘਰ ਡ੍ਰੀਮਲੈਂਡ ਕਲੋਨੀ ਵਿਖੇ ਪਹੁੰਚੇ। ਇੱਥੇ ਉਹਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸੰਗਰੂਰ ਪੁੱਜਣ ਤੇ ਜੀ ਆਇਆਂ ਨੂੰ ਕਿਹਾ ਗਿਆ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਗਾਰਡ ਆਫ ਆਨਰ ਦੀ ਸਲਾਮੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅੱਜ ਰੰਗਾਂ ਦਾ ਤਿਉਹਾਰ ਹੋਲੀ ਮੌਕੇ ਭਗਵੰਤ ਮਾਨ ਸੰਗਰੂਰ ਵਿਖੇ ਪਹੁੰਚੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰ ਪ੍ਰਮੁੱਖ ਆਗੂ ਵੀ ਵੱਡੀ ਗਿਣਤੀ ਵਿੱਚ ਉਹਨਾਂ ਦੇ ਨਾਲ ਸਨ। ਇਸ ਮੌਕੇ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਵੀ ਪਹੁੰਚੇ ਅਤੇ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਸਾਰੇ ਪੰਜਾਬ ਦੇ ਲੋਕਾਂ ਨੂੰ ਹੋਲੀ ਦੀ ਤੇ ਔਰ ਹੋਲੇ ਮਹੱਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ, ਤੁਹਾਨੂੰ ਵੀ ਸਾਰਿਆਂ ਨੂੰ। ਔਰ ਬਹੁਤ ਵੱਡੀ ਅੱਜ ਇੱਕ ਮੈਂ ਕਹਿ ਸਕਦੀ ਹਾਂ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਉਮੀਦ ਸੀ ਉਹ ਉਮੀਦ ਹੈ ਜਿਹੜੀ ਪੂਰੀ ਹੋ ਚੁੱਕੀ ਆ। ਔਰ ਜਿਹੜਾ ਪੰਜਾਬ ਦਾ ਜਿਹੜਾ ਸਿਸਟਮ ਆ ਉਹਨੂੰ ਲੈ ਕੇ ਬੜੀ ਜਲਦੀ ਜਿਹੜੇ ਲੋਕਾਂ ਨੇ ਨਾਲ ਕੀਤੇ ਹੋਏ ਜਿਹੜੇ ਵਾਅਦੇ ਨੇ ਉਹ ਬਤੌਰ ਮੁੱਖ ਮੰਤਰੀ ਬਾਈ ਭਗਵੰਤ ਮਾਨ ਜੀ ਜਿਹੜੇ ਜਲਦੀ ਉਹਨਾਂ ਨੂੰ ਪੂਰੇ ਕਰਨਗੇ। ਅੱਜ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਵਿਧਾਨ ਸਭਾ ਜਾ ਕੇ ਤੁਸੀਂ ਵਾਪਸ ਆਏ ਹੋਗੇ? ਵਿਧਾਨ ਸਭਾ ਪਹਿਲੀ ਵਾਰ ਬਿਲਕੁਲ ਸੌ ਚੁੱਕੀ ਹੈ ਔਰ ਲੋਕਾਂ ਨਾਲ ਕੀਤੇ ਹੋਏ ਵਾਅਦੇ। ਔਰ ਮੈਂ ਚਾਹੁੰਦੀ ਹਾਂ ਕਿ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਔਰ ਸੰਗਰੂਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਅੱਜ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਉੱਥੇ ਵਿਧਾਨ ਸਭਾ ਦਾ ਜਿਹੜਾ ਇੱਕ ਮੈਂਬਰ ਬਣਾਇਆ, ਮੈਨੂੰ ਇੱਕ ਇੰਨੇ ਲੋਕਾਂ ਦੇ ਵਿੱਚੋਂ ਭੀੜ ਦੇ ਵਿੱਚੋਂ ਨਿਕਲ ਕੇ ਅੱਜ ਉਸ ਦਾ ਹਿੱਸਾ ਬਣੀ ਆ। ਸੋ ਜਿਹੜੀਆਂ ਉਮੀਦਾਂ ਨੇ ਉਹਨਾਂ ਉਮੀਦਾਂ ਦੇ ਉੱਤੇ ਖਰਾ ਉਤਰਨ ਦੇ ਲਈ ਮੈਂ ਪ੍ਰਣ ਕੀਤਾ। ਔਰ ਜਿਹੜੇ ਵੀ ਲੋਕ ਜਿਹੜੇ ਕਮਜ਼ੋਰ ਨੇ, ਜਿਨ੍ਹਾਂ ਨੂੰ ਦਬਾ ਕੇ ਰੱਖਿਆ ਗਿਆ ਜਾਂ ਜਿਹੜੇ ਪਛੜ ਚੁੱਕੇ ਨੇ, ਉਹਨਾਂ ਲੋਕਾਂ ਨੂੰ ਜਿਹੜਾ ਉੱਪਰ ਲੈ ਕੇ ਆਉਣ ਦਾ ਜਿਹੜਾ ਮੇਰਾ ਫਰਜ਼ ਹੈ। ਮਿਲ ਕੇ ਆਏ ਹੋ, ਕੀ ਗੱਲਬਾਤ ਕਰਕੇ ਆਏ ਹੋ? ਕੋਈ ਗੱਲ ਹੋਲੀ ਦੀ ਵੀ ਮੁਬਾਰਕਬਾਦ ਦਿੱਤੀ ਆ? ਹਾਂ, ਨਹੀਂ ਮੈਂ ਮਿਲ ਕੇ ਆਈ ਹਾਂ, ਮੁਬਾਰਕਬਾਦ ਦੇ ਕੇ ਆਈ ਹਾਂ। ਸੋ ਤੁਸੀਂ ਕੱਲ੍ਹ ਇੱਕ ਬਿਆਨ ਦਿੱਤਾ ਸੀਗਾ ਕਿ ਮੈਂ ਸਕੂਟੀ ਤੇ ਆਮ ਲੋਕਾਂ ਨੂੰ ਮਿਲੂੰਗੀ, ਕੋਈ ਸਕੂਟੀ ਨਹੀਂ ਲੈਣੀ ਇਸ ਵਾਰੀ? ਨਹੀਂ, ਮੈਂ ਇਹ ਕਿਹਾ ਸੀ ਕਿ ਜਿੱਥੇ ਮੈਨੂੰ ਕਾਰ ਤੇ ਜਾਣਾ ਚਾਹੀਦਾ ਉੱਥੇ ਮੈਂ ਕਾਰ ਤੇ ਜਾਊਂਗੀ, ਜਿੱਥੇ ਮੈਨੂੰ ਕਾਰ ਦੀ ਨਹੀਂ ਜ਼ਰੂਰਤ ਤਾਂ ਮੈਂ ਇੱਕ ਇਨਸਾਨ ਹਾਂ, ਮੈਂ ਕੋਈ ਮਤਲਬ ਇਹ ਤਾਂ ਹੈ ਨਹੀਂ ਕਿ ਮੈਂ ਕੋਈ ਰੋਬੋਟ ਹਾਂ ਵੀ ਮਤਲਬ ਜੋ ਜਿਹੜਾ ਕਮਾਂਡ ਦਿੱਤੀ ਉੱਦਾਂ। ਸੋ ਮੈਂ ਲੋਕਾਂ ਦੇ ਵਿੱਚ ਜਿੱਦਾਂ ਮੈਨੂੰ ਸਹੀ ਲੱਗੂਗਾ ਮੈਂ ਉਸ ਤਰੀਕੇ ਦੇ ਨਾਲ ਜਾਊਂਗੀ। ਰਹੀ ਗੱਲ ਸਿਕਿਉਰਿਟੀ ਦੀ, ਜਿੱਥੇ ਜ਼ਰੂਰਤ ਹੋਊਗੀ ਤਾਂ ਸਿਕਿਉਰਿਟੀ ਨੂੰ ਵਰਤੂੰਗੀ, ਜਿੱਥੇ ਨਹੀਂ ਜ਼ਰੂਰਤ ਹੋਊਗੀ ਤਾਂ ਉੱਥੇ ਨਹੀਂ ਵਰਤੂੰਗੀ। ਫਾਜ਼ਿਲਕਾ ਦੇ ਸਾਬਕਾ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘਬਾਇਆ ਦੀ ਫੋਟੋ ਨਗਰ ਕੌਂਸਲ ਫਾਜ਼ਿਲਕਾ ਦੇ ਦਫ਼ਤਰ ਵਿੱਚ ਕੂੜਾ ਸੁੱਟਣ ਵਾਲੀ ਰੇਹੜੀ 'ਚ ਰੱਖ ਕੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦਾ ਮਾਮਲਾ ਗਰਮਾ ਗਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਹੋਏ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਉੱਚ ਅਧਿਕਾਰੀਆਂ ਨੂੰ ਲਿਖਿਤ ਸ਼ਿਕਾਇਤ ਦੇ ਕੇ ਦੋਸ਼ੀ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਔਰ ਕਾਂਗਰਸ ਪਾਰਟੀ ਦਾ ਇੱਕ ਛੋਟਾ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਵਰਕਰ ਇਸ ਗੱਲ ਦੀ ਘੋਰ ਨਿੰਦਾ ਕਰਦੇ ਆ। ਜਿਸ ਇਨਸਾਨ ਨੇ 5 ਸਾਲ ਬੜੇ ਸਾਦਗੀਪੂਰਨ ਤਰੀਕੇ ਦੇ ਨਾਲ ਇਸ ਇਲਾਕੇ ਦੀ ਨੁਮਾਇੰਦਗੀ ਕੀਤੀ, ਫਾਜ਼ਿਲਕਾ ਦੇ ਹੱਕਾਂ ਦੇ ਵਾਸਤੇ ਜਿਹੜਾ ਇਨਸਾਨ ਫਾਜ਼ਿਲਕਾ ਦੇ ਹਿੱਤਾਂ ਦੇ ਵਾਸਤੇ ਜਿਹੜਾ ਇਨਸਾਨ ਵਿਧਾਨ ਸਭਾ ਦੇ ਵਿੱਚ ਲੜਿਆ, ਜਿਸ ਨੇ ਆਪਣੇ ਵੱਲੋਂ
ਕੋਸ਼ਿਸ਼ ਕੀਤੀ ਹੈ ਕਿ ਫਾਜ਼ਿਲਕਾ ਵਾਲਿਆਂ ਦੇ ਹਰ ਦੁੱਖ ਦਰਦ ਦੇ ਵਿੱਚ ਉਹ ਸਾਂਝੀਦਾਰ ਰਹੇ ਨੇ। ਅੱਜ ਇਲੈਕਸ਼ਨ ਖਤਮ ਹੋ ਜਾਣ ਤੋਂ ਬਾਅਦ ਉਹਨਾਂ ਦੇ ਬਾਰੇ ਇਸ ਤਰ੍ਹਾਂ ਦਾ ਵਤੀਰਾ ਕਰਨਾ ਔਰ ਇਸ ਤਰ੍ਹਾਂ ਦੀ ਸੋਚ ਰੱਖਣਾ, ਮੈਂ ਸਮਝਦਾ ਉਹ ਜਿਸ ਬੰਦੇ ਨੇ ਵੀ ਇਹ ਕੰਮ ਕੀਤਾ ਹੈ ਉਹ ਫਾਜ਼ਿਲਕਾ ਦੇ ਨਾਲ ਐਟਲੀਸਟ ਪਿਆਰ ਨਹੀਂ ਕਰਦਾ। ਪਾਰਟੀਬਾਜ਼ੀ ਦੀ ਗੱਲ ਇੱਕ ਅਲੱਗ ਹੈ ਕਿ ਉਹ ਕਿਸ ਪਾਰਟੀ ਦਾ ਹੈ, ਕੌਣ ਹੈ। ਮੈਂ ਇਹ ਸਮਝਦਾ ਕਿ ਉਹ ਬੰਦਾ ਫਾਜ਼ਿਲਕਾ ਸ਼ਹਿਰ ਦੇ ਨਾਲ ਹੀ, ਫਾਜ਼ਿਲਕਾ ਦੇ ਹਲਕੇ ਦੇ ਨਾਲ ਹੀ ਪਿਆਰ ਨਹੀਂ ਕਰਦਾ। ਇਲੈਕਸ਼ਨ ਹੁੰਦੇ ਰਹਿੰਦੇ ਹੈ, ਇਲੈਕਸ਼ਨ ਜਿੱਤੇ ਵੀ ਜਾਂਦੇ ਹੈ, ਇਲੈਕਸ਼ਨ ਹਾਰੇ ਵੀ ਜਾਂਦੇ ਹੈ। ਇਹ ਅੱਜ ਦਾ ਨਹੀਂ, ਜਦੋਂ ਦਾ ਹੋ ਰਿਹਾ ਉਦੋਂ ਦੀ ਚੱਲ ਰਿਹਾ ਹੈ। ਲੇਕਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੈ ਉਹ ਮੈਂ ਕਦੇ ਨਹੀਂ ਦੇਖੀਆਂ। ਖੰਨਾ ਦੇ ਸ਼ਾਹੀਨ ਗਿੱਲ ਵੱਲੋਂ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਹਾਸਲ ਕਰਨ ਤੇ ਕਾਂਗਰਸ ਦੇ ਰਾਜ ਸਭਾ ਸਾਂਸਦ ਸ਼ਮਸ਼ੇਰ ਸਿੰਘ ਦੁੱਲੋ ਵੱਲੋਂ ਕੀਤਾ ਗਿਆ ਸਨਮਾਨ। ਦੁੱਲੋ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹੇ ਖਿਡਾਰੀਆਂ ਨੂੰ ਨੌਕਰੀ ਦੇਣ ਦੀ ਮੰਗ ਵੀ ਕੀਤੀ ਤਾਂ ਇਹ ਆਰਥਿਕ ਪੱਖੋਂ ਮਜ਼ਬੂਤ ਹੋ ਵਿਸ਼ਵ ਪੱਧਰ ਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ। ਉਹਨਾਂ ਕਿਹਾ ਸ਼ਾਹੀਨ ਸਿਰਫ ਖੰਨਾ ਦੀ ਧੀ ਨਹੀਂ, ਇਹ ਪੂਰੇ ਹਿੰਦੁਸਤਾਨ ਦਾ ਮਾਣ ਹੈ ਅਤੇ ਇਸ ਮਾਣ ਪਿੱਛੇ ਸ਼ਾਹੀਨ ਦਾ ਪਰਿਵਾਰ ਹੈ। ਇਹਦੇ ਨਾਲ ਬੜੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਜੀ। ਇਸ ਬੇਟੀ ਨੇ ਜਾ ਕੇ ਫੋਰਨ ਦੇ ਵਿੱਚ, ਏਸ਼ੀਆ ਦੇ ਵਿੱਚ ਜਾ ਕੇ ਆਪਣੇ ਖੰਨੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਔਰ 골ਡ ਮੈਡਲ ਜਿੱਤ ਕੇ ਲਿਆਈ ਹੈ। ਇਹ ਖੰਨੇ ਦੀ ਧੀ ਨਹੀਂ, ਮੈਂ ਕਹਿ ਸਕਦਾ ਸਾਰੇ ਹਿੰਦੁਸਤਾਨ ਦਾ ਮਾਣ ਹੈ। ਔਰ ਉਸ ਮਾਣ ਦੇ ਪਿੱਛੇ ਬੀਬੀ ਫਾਤਮਾ ਇਹਦੀ ਜਿਹੜੀ ਦਾਦੀ ਹੈ ਔਰ ਜਿਹੜੀ ਹਮੇਸ਼ਾ ਗੁਰੂ ਮਹਾਰਾਜ ਦੇ ਤਾਬੇ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਔਰ ਉਹ ਆਮ ਸਮਾਜ ਦੇ ਜਿਹੜੇ ਗਿਰੇ ਛੋਟੇ ਤਬਕੇ ਦੇ ਲੋਕ ਨੇ, ਗਰੀਬਾਂ ਦੀ ਸੋਸ਼ਲ ਵਰਕਰ ਦੇ ਤੌਰ 'ਤੇ ਵੀ ਮੈਂ ਕਹਿ ਸਕਦਾ ਗਰੀਬਾਂ ਦੇ ਵਿਆਹ ਕਰਨੇ ਹੈ ਜੀ, ਟਰਾਈਸਾਈਕਲਾਂ ਦੇਣੀਆਂ, ਅੱਖਾਂ ਦੇ ਕੈਂਪ ਲਾਉਣੇ, ਇਹ ਜਿਹੜਾ ਸਮਾਜੀ ਕੰਮ ਜਿਹੜਾ ਹੈ, ਜਿਹੜਾ ਭਾਈ ਲਾਲੋ ਵਾਲਾ ਕੰਮ ਕਰਦੇ ਆਪਾਂ ਅਤੇ ਇੱਕ ਭਾਈ ਕਨਈਏ ਵਾਲਾ ਹੈ। ਔਰ ਜਿੱਥੇ ਤੱਕ ਤੁਸੀਂ ਦੇਖੋਗੇ ਇਹਨਾਂ ਨੇ ਇਹ ਬੀਬੀ ਦੀ ਇੱਕ ਆਮ ਛੋਟੇ ਪਰਿਵਾਰਾਂ ਤੋਂ ਉੱਠ ਕੇ ਅੱਜ ਇਹ ਕੁੜੀ ਦੇ ਸਾਹਿਲ ਨੇ ਨਾਂ ਰੋਸ਼ਨ ਕੀਤਾ ਔਰ ਸਾਰੇ ਪਰਿਵਾਰ ਦਾ ਸਾਨੂੰ ਵੀ ਮਾਣ ਹੈ। ਸਾਡੇ ਤਾਂ ਹੱਥਾਂ 'ਚ ਜੰਮੀਆਂ ਨੇ ਇਹ ਬੱਚੇ ਔਰ ਅਸੀਂ ਤਾਂ ਹਮੇਸ਼ਾ ਜਦੋਂ ਵੀ ਮਿਲਦੇ ਸੀ ਵੀ ਕੋਈ ਬਣੋ, ਇਹ ਪ੍ਰੇਰਨਾ ਕਰਦੇ ਰਹੇ ਹਾਂ ਕਿਉਂਕਿ ਇਸ ਦਲਦਲ ਦੇ ਵਿੱਚੋਂ ਨਿਕਲਣਾ ਬਹੁਤ ਆ। ਅੱਜ ਵੀ ਸਾਡੇ ਇਸ ਹਿੰਦੁਸਤਾਨ ਦੇ 40% ਲੋਕ ਗਰੀਬੀ ਹਾਲਤ 'ਚ ਨੇ ਔਰ ਉਹਨਾਂ ਨੂੰ ਚੰਗੀ ਵਿੱਦਿਆ ਨਹੀਂ ਮਿਲ ਸਕੀ, ਚੰਗੇ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਸਕੀਆਂ, ਕੰਨਾ ਇਲਾਜ ਨਹੀਂ ਮਿਲਿਆ। ਖਾਸ ਤੌਰ 'ਤੇ ਖਿਡਾਰੀਆਂ ਨੂੰ ਸਰਕਾਰਾਂ ਜਦੋਂ ਮੈਡਲ ਆਉਂਦੇ ਨੇ ਤਾਂ ਸਨਮਾਨ ਜ਼ਰੂਰ ਕਰਦੀਆਂ ਨੇ, ਉਹਦੇ ਬਾਅਦ ਨਹੀਂ ਪੁੱਛਦੀਆਂ। ਮੈਂ ਦੇਸ਼ ਦੇ ਪ੍ਰਾਈਮ ਮਿਨਿਸਟਰ ਔਰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਮਾਨ ਸਾਹਿਬ, ਜਿੱਥੇ ਮਾਨ ਸਾਹਿਬ ਨੂੰ ਵਧਾਈ ਵੀ ਦਿੰਦਾ, ਉੱਥੇ ਵੀ ਕਹੂੰਗਾ ਜਿਹੜੇ ਅਣਗੌਲੇ ਪਲੇਅਰ ਨੇ, ਜਿਹੜੇ ਮੈਰਿਟ 'ਤੇ ਆਏ ਹੈ, ਜਿਨ੍ਹਾਂ ਦੇ ਸਹਾਰਾ ਨਹੀਂ ਹੈ, ਗਰੀਬ ਘਰਾਂ 'ਚੋਂ ਆਏ ਨੇ, ਉਹਨਾਂ ਨੂੰ ਨੌਕਰੀ ਦਾ ਪ੍ਰਬੰਧ ਕਰਨ, ਉਹਨਾਂ ਨੂੰ ਸਹੂਲਤਾਂ ਦੇਣ ਤਾਂ ਕਿ ਪੰਜਾਬ 'ਚੋਂ ਹੋਰ ਬੱਚੇ ਐਸੇ ਨਿਕਲਣ ਜਿਹੜੇ ਵੱਖ-ਵੱਖ ਖੇਤਰ ਦੇ ਵਿੱਚ ਪੰਜਾਬ ਦਾ ਰੋਸ਼ਨ ਕਰਨ, ਆਪਣੇ ਮਾਂ ਪਿਓ ਦਾ ਰੋਸ਼ਨ ਕਰਨ, ਸਰਕਾਰ ਨੂੰ ਦੁਆਵਾਂ ਦੇਣ, ਮਾਨ ਸਾਹਿਬ ਨੂੰ ਵੀ ਦੁਆਵਾਂ ਦੇਣਗੇ। ਔਰ ਮੈਨੂੰ ਉਮੀਦ ਹੈ, ਮੈਂ ਅੱਜ ਇੱਥੇ ਘਰ ਆਇਆ, ਬੀਬੀ ਫਾਤਮਾ ਉਹਨਾਂ ਦਾ ਰੈਜ਼ੀਡੈਂਸ ਹੈ, ਗਿੱਲ ਸਾਹਿਬ ਇਹਨਾਂ ਦੇ ਬਜ਼ੁਰਗ ਨੇ, ਇਹ ਸਾਰੇ ਬਜ਼ੁਰਗਾਂ ਦਾ ਆਸ਼ੀਰਵਾਦ ਰਿਹਾ ਇਹਨਾਂ ਬੱਚਿਆਂ 'ਤੇ ਔਰ ਕਾਮਨਾ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਪਰਿਵਾਰ ਵੱਧਦਾ ਫੁੱਲਦਾ ਰਹੇ। ਇਹ ਬੱਚੇ ਹਿੰਦੁਸਤਾਨ ਦਾ ਰੌਸ਼ਨ ਨਾਂ, ਇਹ ਹੁਣ ਇਹਨੇ ਏਸ਼ੀਆ ਜਿੱਤੀ ਹੈ, ਮੈਂ ਕਹੂੰਗਾ ਵਰਲਡ 'ਚੋਂ ਵੀ ਜਿੱਤ ਕੇ ਆਵੇ, ਇਹ ਮੇਰੀ ਕਾਮਨਾ ਹੈ। ਦੋਸਤੋ, ਇਸ ਨਾਲ ਦੀਆਂ ਖਾਸ ਖਬਰਾਂ, ਨਵੀਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਰੱਬ ਰਾਖਾ।